कबीर दीन नवाया पूरी सो दुनिया चाली साथ पानी कुहाड़ा मारिया गाफल अपने हाथ सतनाम श्री वाहिगुरु साहिब जी गो। कामण गुणवंती हर पाए, भै भाए शिंगार बनाए। सतगुर सेव सदा सुहागण, सच उपदेश समावणिया। शब्द विसारण तिना ठौर ना ठाओ, भ्रम भूले जो सुनै कर काओ। हलत पलत तिनि तो मैं गवाए, दुख है दुख विहावणिया। हलत पलत तिनि तो मैं गवाए, दुख है दुख विहावणिया। वाहिगुरु जी का खालसा वाहिगुरु जी की फतेह। सतगुरु जी की अपार किरपा दे सदका निता प्रति की तरह सतगुरु जी ने तरस किया। ਅੰਮ੍ਰਿਤ ਵੇਲੇ ਤੋਂ ਗੁਰੂ ਮਾਲਕ ਜੀ ਦੀ ਹਜ਼ੂਰੀ ਦੇ ਅੰਦਰ ਆਪ ਸੰਗਤ ਹਾਜ਼ਰੀ ਲਗਵਾ ਰਹੇ ਹੋ। ਸਤਿਗੁਰ ਜੀ ਦੇ ਇਲਾਹੀ ਬਾਣੀ ਦੇ ਆਪ ਨੇ ਕੀਰਤਨ ਸਰਵਣ ਕੀਤੇ। ਹੁਣ ਜੋ ਲੜੀਵਾਰ ਗੁਰੂ ਕੇ ਸ਼ਬਦ ਦੇ ਵਿਚਾਰ, ਉਸੇ ਵਿਚਾਰ ਨੂੰ ਅਗਾਂਹ ਤੋਰਨ ਦਾ ਗੁਰੂ ਮਾਲਕ ਜੀ ਨੇ ਸੁਭਾਗ ਸਮਾਂ ਬਖਸ਼ਿਆ ਆ। ਕੱਲ ਆਪਾਂ ਨੇ ਇਸ ਸ਼ਬਦ ਦੇ ਵਿਚਾਰ ਆਰੰਭ ਕੀਤੇ ਸੀ। ਮਾਝ ਮਹਿਲਾ ਤੀਜਾ, ਤੇਰੇ ਭਗਤ ਸੋਹੇ ਸਾਚੇ ਦਰਬਾਰੇ, ਗੁਰ ਕਾ ਸ਼ਬਦ ਨਾਮ ਸਵਾਰੇ। ਤਿੰਨ ਆਪਾਂ ਇਸ ਸ਼ਬਦ ਦੇ ਪਦੇ ਕੱਲ ਵਿਚਾਰੇ ਸੀ। ਅੱਜ ਅਗਲੇ ਪਦਿਆਂ ਦੇ ਵਿਚਾਰ ਕਰਨੀਆਂ। ਦਾਤਾ ਆਪ ਕਿਰਪਾ ਕਰੇ ਆਪਣੇ ਘਰ ਦੇ ਵਿਚਾਰ ਕਰਵਾ ਲਵੇ ਜੀ। ਆਓ ਵਿਚਾਰ ਆਰੰਭ ਕਰਨ ਤੋਂ ਪਹਿਲਾਂ ਇੱਕ ਵਾਰੀ ਫਤਿਹ ਸਾਂਝੀ ਕਰ ਲਈਏ। ਦੋਵੇਂ ਹੱਥ ਜੋੜ ਸਿਰ ਝੁਕਾ ਕੇ ਫਤਿਹ ਬੁਲਾਓ। ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸਤਿਗੁਰੂ ਜੀ ਨੇ ਅੱਜ ਚੌਥੇ ਪਦੇ ਦੇ ਅੰਦਰ ਬਖਸ਼ਿਸ਼ ਕੀਤੀ ਹੈ। ਮਾਲਕ ਜੀ ਆਖਦੇ ਆ ਕਿ ਕਾਮਣ ਗੁਣਵੰਤੀ ਹਰ ਪਾਏ। ਕਾਮਣ ਦਾ ਅਰਥ ਹੁੰਦਾ ਜੀ ਪਤਨੀ। ਮਾਲਕ ਜੀ ਕਹਿੰਦੇ ਉਹ ਪਤਨੀ ਆਪਣੇ ਪਤੀ ਦਾ ਪਿਆਰ ਮਾਣ ਸਕਦੀ ਹੈ। ਉਹ ਪਤੀ ਆਪਣੀ ਪਤਨੀ ਦੇ ਉੱਤੋਂ ਖੁਸ਼ ਹੁੰਦਾ ਹੈ ਜਿਸ ਪਤਨੀ ਦੇ ਅੰਦਰ ਚੰਗੇ ਗੁਣ ਹੋਣ। ਜਦੋਂ ਅੰਦਰ ਆਪਣੇ ਜੀਵਨ ਦੇ ਵਿੱਚ ਪਤਨੀ ਗੁਣਾਂ ਦਾ ਸ਼ਿੰਗਾਰ ਧਾਰਨ ਕਰ ਲੇਗੀ, ਆਪਣੇ ਪਤੀ ਨੂੰ ਚੰਗੀ ਲੱਗੇਗੀ। ਇਹ ਦੁਨਿਆਵੀ ਗੱਲ ਹੈ। ਇਸੇ ਤਰ੍ਹਾਂ ਅਕਾਲ ਪੁਰਖ ਵਾਹਿਗੁਰੂ ਸਾਡਾ ਸਾਰਿਆਂ ਦਾ ਪਤੀ ਹੈ ਜੀ। ਤੇ ਅਸੀਂ ਸਾਰੇ ਜਿੰਨੇ ਵੀ ਹਾਂ, ਅਸੀਂ ਅਕਾਲ ਪੁਰਖ ਵਾਹਿਗੁਰੂ ਦੀਆਂ ਪਤਨੀ ਹੈ। ਜਦੋਂ ਸਾਡੇ ਅੰਦਰ ਵੀ ਚੰਗੇ ਗੁਣ ਆਉਣਗੇ ਤੇ ਅਕਾਲ ਪੁਰਖ ਵਾਹਿਗੁਰੂ ਨੂੰ ਅਸੀਂ ਚੰਗੇ ਲੱਗਾਂਗੇ, ਉਹਦੇ ਘਰ ਦੇ ਵਿੱਚ ਅਸੀਂ ਪ੍ਰਵਾਨ ਹੋਵਾਂਗੇ। ਜਦੋਂ ਗੁਰਬਾਣੀ ਨੂੰ ਪੜ੍ਹਦੇ ਆ ਨਾ ਜੀ, ਤੇ ਬਾਬਾ ਫਰੀਦ ਜੀ ਦੀ ਜਦੋਂ ਬਾਣੀ ਨੂੰ ਪੜ੍ਹਿਆ ਤੇ ਬਾਬਾ ਫਰੀਦ ਜੀ ਨੇ 3 ਗੁਣ
ਬੜੇ ਪਿਆਰੇ ਦੱਸਿਆ ਕਿ ਜੇ ਆਪਣੇ ਪਤੀ ਨੂੰ ਵਸ ਵਿੱਚ ਕਰਨਾ ਹੈ ਨਾ, ਆ 3 ਗੁਣਾਂ ਦਾ ਸ਼ਿੰਗਾਰ ਆਪਣੇ ਜੀਵਨ ਅੰਦਰ ਧਾਰਨ ਕਰ ਲਓ। ਜਦੋਂ ਇਹ ਤਿੰਨੇ ਗੁਣ ਸਾਡੇ ਜੀਵਨ ਵਿੱਚ ਆ ਜਾਣਗੇ ਤੇ ਆਤਮਾ ਦਾ ਪ੍ਰਮਾਤਮਾ ਨਾਲ ਮੇਲ ਹੋ ਜਾਏਗਾ। ਤੇ ਸਤਿਗੁਰੂ ਜੀ ਕਹਿੰਦੇ ਕਦੇ ਵੀ ਫੇ ਪ੍ਰਮਾਤਮਾ ਪਤਨੀ ਨੂੰ ਛੱਡ ਕੇ ਕਦੇ ਦੂਰ ਨਹੀਂ ਹੁੰਦਾ। ਹੁਣ ਬਾਬਾ ਫਰੀਦ ਜੀ ਨੂੰ ਪੁੱਛੀਏ ਕਿ ਬਾਬਾ ਫਰੀਦ ਜੀ ਐਸੇ ਕਿਹੜੇ 3 ਗੁਣ ਨੇ ਜਿਹੜੇ 3 ਗੁਣਾਂ ਨੂੰ ਧਾਰਨ ਕਰਕੇ ਸਾਡੇ ਜੀਵਨ ਦੇ ਅੰਦਰ ਪ੍ਰਮਾਤਮਾ ਅਕਾਲ ਪੁਰਖ ਵਾਹਿਗੁਰੂ ਦਾ ਵਾਸਾ ਹੋਏਗਾ। ਤੇ ਬਾਬਾ ਜੀ ਨੇ ਬੜੀ ਅਪਾਰ ਕਿਰਪਾ ਕੀਤੀ। ਸਤਿਗੁਰ ਆਖਦੇ ਆ ਕਿ ਭਾਈ ਇਹ 3 ਗੁਣ ਬਣਾ ਆਪਣੇ ਜੀਵਨ ਦੇ ਅੰਦਰ ਸ਼ਿੰਗਾਰ ਦੇ। ਕਵਣ ਸੋ ਅੱਖਰ, ਕਵਣ ਗੁਣ, ਕਵਣ ਸੋ ਮਣੀਆਂ ਮੰਤ, ਕਵਣ ਸੋ ਵੇਸੋ ਹਾਉ ਕਰੀ, ਜਿਤ ਵਸ ਆਵੇ ਕੰਤ। ਦੇਖੋ ਨਾ, ਕੰਮ ਉਹ ਕਰੀਏ। ਹੁਣ ਪਤੀ ਨੂੰ ਕੁਝ ਹੋਰ ਪਸੰਦ ਹੋਵੇ ਤੇ ਪਤਨੀ ਕੁਝ ਹੋਰ ਕਰੇ, ਇਹ ਨਹੀਂ ਕਦੇ ਹੋ ਸਕਦਾ। ਫਿਰ ਕਦੇ ਵੀ ਉਸ ਘਰ 'ਚ ਸ਼ਾਂਤੀ ਨਹੀਂ ਆ ਸਕਦੀ। ਜੋ ਕੁਛ ਪਤੀ ਨੂੰ ਪਸੰਦ ਹੈ ਜਦੋਂ ਉਹ ਪਤਨੀ ਕਰੇਗੀ ਤੇ ਘਰ ਦੇ ਵਿੱਚ ਸ਼ਾਂਤੀ ਦਾ ਮਾਹੌਲ ਬਣੇਗਾ। ਛੋਟੀ ਜਿਹੀ ਗੱਲ ਕਹਦੇ ਆ, ਫਿਰ ਇੱਧਰ ਨੂੰ ਤੁਰਦਾ ਆ। ਜਦੋਂ ਅਸੀਂ ਰਮਾਇਣ ਨੂੰ ਪੜ੍ਹਦੇ ਆ ਨਾ ਜੀ, ਦੇਖੋ ਗੁਣ ਜਿੱਥੋਂ ਮਰਜ਼ੀ ਮਿਲੇ ਸਾਨੂੰ ਗੁਣ ਧਾਰਨ ਕਰਨੇ ਚਾਹੀਦੇ। ਉਹ ਚਾਹੇ ਰਮਾਇਣ ਹੋਵੇ, ਚਾਹੇ ਗੀਤਾ ਹੋਵੇ, ਚਾਹੇ ਕੁਰਾਨ ਹੋਵੇ, ਚਾਹੇ ਪੁਰਾਨ ਹੋਵੇ, ਚਾਹੇ ਹਿੰਦੂ ਧਰਮ ਹੋਵੇ, ਚਾਹੇ ਮੁਸਲਮਾਨ ਧਰਮ ਹੋਵੇ। ਤੇ ਬਾਪੂ ਨੇ ਸਾਨੂੰ ਇਹ ਸਿਖਾਇਆ ਆ ਕਿ ਸਾਂਝ ਕਰੀਜੈ ਗੁਣਾ ਕੇਰੀ, ਅਸੀਂ ਗੁਣ ਧਾਰਨ ਕਰਨੇ। ਕਹਿੰਦੇ ਇੱਕ ਦਿਨ ਕੀ ਹੋਇਆ ਕਿ ਹਨੂਮਾਨ ਜੀ ਨੇ ਦੇਖਿਆ ਕਿ ਸੀਤਾ ਜੀ ਆਪਣੇ ਮੱਥੇ ਦੇ ਉੱਤੇ ਸੰਧੂਰ ਭਰ ਰਹੀ ਸੀਗੀ। ਹਨੂਮਾਨ ਜੀ ਨੇ ਦੇਖਿਆ ਤੇ ਸੀਤਾ ਮਾਤਾ ਜੀ ਨੂੰ ਉਹਨਾਂ ਨੇ ਪੁੱਛਿਆ ਕਿ ਮਾਤਾ, ਇਹ ਮੱਥੇ ਦੇ ਉੱਤੇ ਸੰਧੂਰ ਕਿਹੜੀ ਗੱਲੋਂ ਭਰ ਰਹੇ ਹੋ, ਮੈਨੂੰ ਦੱਸਿਆ ਜਾਵੇ। ਤੇ ਮਾਤਾ ਨੇ ਬੜੇ ਪਿਆਰ ਨਾਲ ਕਿਹਾ ਕਿ ਸੰਧੂਰ ਜਿਹੜਾ ਮੱਥੇ ਤੇ ਭਰਨਾ ਹੁੰਦਾ ਨਾ, ਇਹ ਸੁਹਾਗ ਦੀ ਨਿਸ਼ਾਨੀ ਹੈ ਕਿ ਮੈਂ ਕਿਸੇ ਦੀ ਪਤਨੀ ਹੈ। ਜਾਣਦੇ ਹੋ ਜੀ ਕਿ ਮੈਂ ਕਿਸੇ ਦੀ ਪਤਨੀ ਹੈ ਭਾਈ। ਇਹ ਮੈਂ ਆਪਣੇ ਮੱਥੇ ਦੇ ਉੱਤੇ ਸੰਧੂਰ ਤਾਂ ਲਾਇਆ ਆ। ਤੇ ਦੂਜੀ ਗੱਲ ਇਹ ਹਨੂਮਾਨ, ਜਦੋਂ ਮੈਂ ਮੱਥੇ ਦੇ ਵਿੱਚ ਸੰਧੂਰ ਭਰਦੀ ਹਾਂ ਤੇ ਮੇਰੇ ਪਤੀ ਨੂੰ ਬੜੀ ਸੋਹਣੀ ਮੈਂ ਲੱਗਦੀ ਹੈ, ਕਿਉਂਕਿ ਮੇਰਾ ਸ਼ਿੰਗਾਰ ਹੈ। ਜਦੋਂ ਮੈਂ ਸ਼ਿੰਗਾਰ ਕੀਤਾ, ਸੰਧੂਰ ਲਾਇਆ, ਤੇ ਮੈਂ ਪਤੀ ਨੂੰ ਆਪਣੇ ਨੂੰ ਬੜੀ ਸੋਹਣੀ ਲੱਗੀ। 2 ਗੱਲਾਂ ਕਰਕੇ ਮੈਂ ਸੰਧੂਰ ਲਾਇਆ। ਪਹਿਲੀ ਗੱਲ ਇਸ ਕਰਕੇ ਕਿ ਮੈਂ ਭਾਈ ਕਿਸੇ ਦੀ ਪਤਨੀ ਹਾਂ। ਦੂਜੀ ਇਹ ਗੱਲ ਹੈ ਕਿ ਮੇਰੇ ਸਰੀਰ ਦੀ ਖੂਬਸੂਰਤੀ ਬਣੇ, ਤਾਂ ਕਰਕੇ ਮੈਂ ਸੰਧੂਰ ਲਾਇਆ। ਕਹਿੰਦੇ ਹਨੂਮਾਨ ਜੀ ਨੇ ਪਤਾ ਕੀ ਕੀਤਾ, ਦੂਜੇ ਕਮਰੇ ਅੰਦਰ ਗਏ ਜਿੱਥੇ ਇੱਕ ਬਹੁਤ ਵੱਡਾ ਥਾਲ ਭਰਿਆ ਪਿਆ ਸੀਗਾ ਸੰਧੂਰ ਦਾ। ਉਹਨਾਂ ਨੇ ਉਹ ਥਾਲ ਚੁੱਕਿਆ ਤੇ ਆਪਣੇ ਸਾਰੇ ਪਿੰਡੇ ਦੇ ਉੱਤੇ ਲੱਦ ਲਿਆ, ਸਾਰੇ ਪਿੰਡੇ ਉੱਤੇ ਪਾ ਲਿਆ। ਜਦੋਂ ਸਾਰੇ ਪਿੰਡੇ ਦੇ ਉੱਤੇ ਸੰਧੂਰ ਪਾਇਆ ਤੇ ਸੀਤਾ ਮਾਤਾ ਨੇ ਪੁੱਛਿਆ, ਆ ਕੀ ਕੀਤਾ ਭਾਈ ਤੂੰ? ਤੇ ਹਨੂਮਾਨ ਨੇ ਬੜਾ ਪਿਆਰਾ ਜਵਾਬ ਦਿੱਤਾ ਸੀ। ਕਹਿੰਦੇ ਤੁਸੀਂ ਥੋੜਾ ਜਿਹਾ ਸੰਧੂਰ ਲਾਇਆ ਤੇ ਤੁਸੀਂ ਕਹਿੰਦੇ ਹੋ ਕਿ ਤੁਹਾਨੂੰ ਰਾਮ ਦੀ ਖੁਸ਼ੀ ਮਿਲੇਗੀ, ਤੇ ਮੈਂ ਆਪਣੇ ਪਿੰਡਾ ਪੂਰਾ ਸੰਧੂਰ ਨਾਲ ਭਰ ਲਿਆ ਤੇ ਮੈਨੂੰ ਕਿੰਨੀ ਖੁਸ਼ੀ ਮਿਲੇਗੀ। ਮੈਂ ਵੀ ਲੋਕਾਂ ਨੂੰ ਦੱਸਣਾ ਚਾਹੁੰਦਾ, ਮੈਂ ਵੀ ਭਾਈ ਪਤੀ ਵਾਲਾ ਆ, ਮੈਂ ਵੀ ਭਾਈ ਸੁਹਾਗਣ ਹਾਂ, ਮੇਰਾ ਵੀ ਕੋਈ ਖਸਮ ਹੈ। ਕਹਿਣ ਦਾ ਭਾਵ ਇੱਥੇ ਇਹ ਹੈ ਕਿ ਉਹ ਸ਼ਿੰਗਾਰ ਕਰੀਏ ਜਿਹੜਾ ਸਾਡੇ ਗੁਰੂ ਨੂੰ ਚੰਗਾ ਲੱਗਦਾ ਆ। ਉਹ ਸ਼ਿੰਗਾਰ ਕਰੀਏ ਜਿਹੜਾ ਸਾਡਾ ਕਾਲਪੁਰਖ ਵਾਹਿਗੁਰੂ ਨੂੰ ਚੰਗਾ ਲੱਗਦਾ ਆ। ਅੱਜ ਦੁਨੀਆ ਦੇ ਅੰਦਰ ਤੁਸੀਂ ਹਰ ਇੱਕ ਭਗਵਾਨ ਦੀ ਮੂਰਤੀ ਦੇਖਿਓ, ਉਹਨਾਂ ਦਾ ਰੰਗ ਕੁਝ ਹੋਰ ਹੁੰਦਾ, ਪਰ ਹਨੂਮਾਨ ਦੀ ਮੂਰਤੀ ਦਾ ਰੰਗ ਸੁਨਹਿਰੀ ਹੁੰਦਾ ਆ। ਉਹਦਾ ਕਾਰਨ ਪਿੱਛੋਂ ਇਹੀ ਹੈ ਕਿ ਉਹਨਾਂ ਨੇ ਆਪਣੇ ਪਿੰਡੇ ਤੇ ਸੰਧੂਰ ਮਲ ਕੇ ਇਹ ਦੱਸਿਆ ਦੁਨੀਆ ਦੇ ਲੋਕੋ, ਮਾਤਾ ਨੇ ਥੋੜਾ ਸ਼ਿੰਗਾਰ ਕੀਤਾ ਤੇ ਰਾਮ ਦੀ ਖੁਸ਼ੀ ਲਿੱਤੀ, ਮੈਂ ਆਪਣੇ ਪਿੰਡੇ ਨੂੰ ਪੂਰਾ ਸੰਧੂਰ ਨਾਲ ਭਰ ਲਿਆ ਤੇ ਮੈਨੂੰ ਕਿੰਨੀ ਖੁਸ਼ੀ ਮਿਲੇਗੀ। ਬਾਬੇ ਫਰੀਦ ਨੇ ਕਿਹਾ, ਕਹਿੰਦੇ ਕਵਣ ਸੋ ਅੱਖਰ, ਕਵਣ ਗੁਣ, ਕਵਣ ਸੋ ਮਣੀਆਂ ਮੰਤ, ਕਵਣ ਸੋ ਵੇਸੋ ਹਾਉ ਕਰੀ, ਜਿਤ ਵਸ ਆਵੇ ਕੰਤ। ਕਿਵੇਂ ਮੇਰਾ ਪ੍ਰਮਾਤਮਾ ਪਤੀ ਮੇਰੇ ਵਸ ਵਿੱਚ ਆਵੇ, ਮੈਂ ਕਿਹੜੇ ਗੁਣ ਧਾਰਨ ਕਰਾਂ? ਤੇ ਬਾਬਾ ਫਰੀਦ ਜੀ ਕਹਿੰਦੇ ਆ ਦੱਸਾਂ ਭਾਈ। ਪਹਿਲਾ ਗੁਣ ਤੇਰੇ ਅੰਦਰ ਹੋਣਾ ਚਾਹੀਦਾ ਨਿਵਣ ਸੋ ਅੱਖਰ। ਤੇਰੇ ਅੰਦਰ ਪਹਿਲਾ ਗੁਣ ਚਾਹੀਦਾ ਕਿ ਤੇਰੇ ਅੰਦਰ ਨਿਮਰਤਾ ਚਾਹੀਦੀ ਹੈ, ਤੈਨੂੰ ਨਿਵਣਾ ਹੋਣਾ ਚਾਹੀਦਾ ਆ। ਸੰਗਤ ਜੀ ਯਾਦ ਰੱਖਿਓ, ਨਿਵਦੇ ਉਹ ਹੁੰਦੇ ਨੇ ਜਿਨ੍ਹਾਂ ਦੇ ਅੰਦਰ ਜਾਨ ਹੋਵੇ, ਜਿੰਦ ਹੋਵੇ, ਤੇ ਆਕੜ ਦੇ ਉਹ ਹੁੰਦੇ ਨੇ ਜਿਹੜੇ ਮੁਰਦੇ ਬਣ ਜਾਂਦੇ ਆ। ਅਸੀਂ ਮੁਰਦੇ ਨਹੀਂ ਹਾਂ, ਅਸੀਂ ਜਿਉਂਦੇ ਜਾਗਦੇ ਆ। ਤੇ ਝੁਕਣਾ ਯਾਦ ਰੱਖਿਓ, ਕਦੇ ਹਾਰ ਦੀ ਨਿਸ਼ਾਨੀ ਨਹੀਂ ਹੁੰਦੀ।
ਕਿ ਬੰਦਾ ਝੁਕ ਗਿਆ ਸ਼ਾਇਦ ਹਾਰ ਗਿਆ। ਤੇ ਝੁਕਣਾ ਇੱਕ ਬਹੁਤ ਵੱਡੀ ਸਿਆਣਪ ਦੀ ਗੱਲ ਹੁੰਦੀ ਹੈ। ਸਿਆਣਾ ਬੰਦਾ ਕਹਿੰਦਾ ਕੋਈ ਗੱਲ ਨਹੀਂ, ਜਿਹੜਾ ਮਸਲਾ ਝੁਕ ਕੇ ਨਿਬੜਦਾ ਹੋਵੇ ਤੇ ਉਹ ਝੁਕ ਕੇ ਨਿਬੇੜ ਲਈਏ, ਐਵੇਂ ਆਕੜ ਕੇ ਕੀ ਫਾਇਦਾ ਜੀ। ਸਾਨੂੰ ਪਹਿਲਾ ਗੁਣ ਸਿਖਾਇਆ, ਜੇ ਰੱਬ ਦੀ ਖੁਸ਼ੀ ਲੈਣੀ ਆ ਆਪਣੇ ਜੀਵਨ ਦੇ ਵਿੱਚ ਕਦੇ ਵੀ ਆਕੜਨਾ ਨਹੀਂ, ਹੰਕਾਰ ਨਹੀਂ ਕਰਨਾ, ਕਦੇ ਵੀ ਆਪਣੇ ਜੀਵਨ ਵਿੱਚ ਈਗੋ ਨਹੀਂ ਲਿਆਉਣੀ। ਆਪਣੇ ਜੀਵਨ ਵਿੱਚ ਅਸੀਂ ਨਿਭਣਾ ਸਿੱਖਣਾ ਆ। ਤੇ ਜਿਹੜਾ ਬੰਦਾ ਨਿਭਣਾ ਸਿੱਖ ਗਿਆ ਨਾ ਜੀ, ਸਤਿਗੁਰ ਕਹਿੰਦੇ ਆਪਸ ਕਉ ਜੋ ਜਾਣੇ ਨੀਚਾ, ਸੌ ਗਣੀਐ ਸਭ ਤੇ ਉੱਚਾ। ਤੇ ਮੇਰਾ ਬਾਬਾ ਨਾਨਕ ਵੀ ਉਹਨਾਂ ਨੂੰ ਪਿਆਰ ਕਰਦਾ ਜਿਹੜੇ ਨੀਵੇਂ ਹੈ ਜੀ। ਤੁਸੀਂ ਪੜ੍ਹਦੇ ਹੋ ਨਾ ਜੀ, ਨੀਚਾ ਅੰਦਰ ਨੀਚ ਜਾਤ, ਨੀਚੀ ਹੋ ਅਤ ਨੀਚ, ਨਾਨਕ ਤਿਨ ਕੈ ਸੰਗ ਸਾਥ, ਵਡਿਆਂ ਸਿਉ ਕਿਆ ਰੀਸ। ਜਿੱਥੇ ਨੀਚ ਸੰਭਾਲੀਆਂ ਤਿੱਥੇ ਨਦਰ ਤੇਰੀ ਬਖਸ਼ੀਸ਼। ਬੜੇ ਵੱਡੇ ਸੁਲਤਾਨਪੁਰ ਲੋਧੀ ਦੇ ਅੰਦਰ, ਜਾਂ ਤੁਸੀਂ ਕਹਿ ਲਓ ਨਨਕਾਣਾ ਸਾਹਿਬ ਦੇ ਅੰਦਰ ਬਹੁਤ ਵੱਡੇ ਵੱਡੇ ਲੋਕ ਹੋਣਗੇ, ਪਰ ਬਾਬੇ ਨਾਨਕ ਦੀ ਯਾਰੀ ਤਾਂ ਭਾਈ ਮਰਦਾਨੇ ਨਾਲ ਸੀ, ਕਿਉਂਕਿ ਭਾਈ ਮਰਦਾਨੇ ਦੇ ਜੀਵਨ ਦੇ ਵਿੱਚ ਉਹਨੇ ਨਿਭਣਾ ਸਿੱਖਿਆ ਸੀ। ਯਾਰੀ ਪੈਂਦੀ ਉੱਥੇ ਹੈ ਜਿੱਥੇ ਬਾਬੇ ਨੇ ਕਿਹਾ ਕਿ ਨਿਭਣਾ ਸਭ ਤੋਂ ਵੱਡਾ ਗੁਣ। ਬੈਂਤ ਦਾ ਬੂਟਾ ਤੁਸੀਂ ਕਦੇ ਧਿਆਨ ਨਾਲ ਦੇਖਿਓ ਜੀ, ਭਾਈ ਵੀਰ ਸਿੰਘ ਉਹਨਾਂ ਨੇ ਬੜੀ ਪਿਆਰੀ ਗੱਲ ਲਿਖੀ ਹੈ ਜੀ। ਉਹ ਕਹਿੰਦੇ ਇੱਕ ਵਾਰ ਸਾਗਰ ਤੇ ਨਦੀ ਆਪਸ ਗੱਲਾਂ ਕਰਦੇ ਆ ਜੀ, ਸਾਗਰ ਤੇ ਨਦੀ। ਸਾਗਰ ਨਦੀ ਨੂੰ ਪੁੱਛਦਾ, ਕਹਿੰਦਾ ਕਮਾਲ ਹੋ ਗਈ ਹੈ ਕਿ ਤੂੰ ਬਹੁਤ ਕੁਛ ਆਪਣੇ ਨਾਲ ਰੋੜ ਕੇ ਲੈ ਕੇ ਆਉਂਦੀ ਆ, ਵੱਡੇ ਵੱਡੇ ਪੱਥਰ ਰੋੜ ਲਿਆਉਂਦੀ ਆ ਭਾਈ, ਵੱਡੇ ਵੱਡੇ ਦਰਖਤ ਰੋੜ ਲਿਆਉਂਦੀ ਆ ਭਾਈ, ਬਹੁਤ ਕੁਛ ਤੂੰ ਆਪਣੇ ਨਾਲ ਰੋੜ ਲਿਆਉਂਦੀ ਆ, ਪਰ ਕਦੇ ਬੈਂਤ ਦਾ ਬੂਟਾ ਨਹੀਂ ਰੋੜ ਕੇ ਲੈ ਕੇ ਆਈ, ਕਾਰਨ ਕੀ ਹੈ? ਕਹਿੰਦੇ ਨਦੀ ਨੇ ਬੜਾ ਪਿਆਰਾ ਜਵਾਬ ਦਿੱਤਾ। ਨਦੀ ਕਹਿੰਦੀ ਮੈਂ ਉਹ ਹਰ ਇੱਕ ਚੀਜ਼ ਨੂੰ ਰੋੜ ਕੇ ਲਿਆਉਂਦੀ ਆ ਤੇਰੇ ਤੱਕ ਜੋ ਮੇਰੇ ਅੱਗੇ ਅੜ ਜਾਂਦਾ ਆ। ਵੱਡੇ ਤੋਂ ਵੱਡਾ ਪੱਥਰ ਅੜ ਜਾਵੇ ਮੈਂ ਰੋੜ ਲਿਆ, ਕੋਈ ਦਰਖਤ ਅੜ ਜਾਵੇ ਮੈਂ ਰੋੜ ਲਿਆ, ਪਰ ਬੈਂਤ ਦੇ ਬੂਟੇ ਵਿੱਚ ਇੱਕ ਕੁਆਲਿਟੀ ਹੈ। ਕੀ ਕੁਆਲਿਟੀ ਹੈ ਜੀ? ਕਿ ਜਦੋਂ ਮੇਰਾ ਪਾਣੀ ਦਾ ਵੇ ਉੱਧਰ ਨੂੰ ਤੁਰਦਾ ਹੈ ਨਾ, ਜਿੱਧਰ ਨੂੰ ਵੀ ਮੇਰਾ ਪਾਣੀ ਦਾ ਮੁੱਖ ਹੋਵੇ, ਵੇ ਹੋਵੇ, ਉਹ ਜਿਹੜਾ ਬੈਂਤ ਦਾ ਬੂਟਾ ਉੱਧਰ ਨੂੰ ਝੁਕ ਜਾਂਦਾ ਹੈ। ਹੁਣ ਜਿਹੜਾ ਮੇਰੇ ਅੱਗੇ ਝੁਕ ਗਿਆ, ਬੇਸ਼ੱਕ ਮੇਰੇ ਕੋਲ ਤਾਕਤ ਬਹੁਤ ਹੈ, ਪਰ ਮੈਂ ਆਪਣੇ ਅੱਗੇ ਝੁਕੇ ਹੋਏ ਨੂੰ ਕਦੇ ਪੁੱਟ ਨਹੀਂ ਸਕਦੀ। ਪੁੱਟਦੀ ਮੈਂ ਉਹਨੂੰ ਹੈ, ਰੋੜਦੀ ਮੈਂ ਉਹਨੂੰ ਹੈ ਜੋ ਮੇਰੇ ਅੱਗੇ ਝੁਕਦਾ ਆ। ਕਹਿੰਦੇ ਸਾਗਰ ਪੁੱਛਦਾ ਨਦੀਏ, ਸਾਰੇ ਬੂਟੇ ਬੂਟੀਆਂ ਪੁੱਟ ਲਿਆਵੇ, ਪਰ ਬੈਂਤ ਦਾ ਬੂਟਾ ਕਦੇ ਨਾ ਆਣ ਪਹੁੰਚਾਵੇ। ਤੇ ਨਦੀ ਨੇ ਜਵਾਬ ਦਿੱਤਾ ਸੀਗਾ ਕਿ ਆਕੜ ਵਾਲੇ ਸਾਰੇ ਬੂਟੇ ਬੂਟੀਆਂ ਪੁੱਟ ਲਿਆਵਾਂ, ਪਰ ਚੱਲੇ ਨਾ ਮੇਰਾ ਕੋਈ ਵੀ ਰੋਲ ਜਦੋਂ ਬੈਂਤ ਮੇਰੇ ਅੱਗੇ ਝੁਕ ਜਾਵੇ। ਕਹਿੰਦੇ ਮੇਰੇ ਅੱਗੇ ਜਦੋਂ ਬੈਂਤ ਝੁਕ ਜਾਂਦਾ ਤੇ ਮੇਰਾ ਕੋਈ ਵਸੇ ਨਹੀਂ ਚੱਲਦਾ। ਸਤਿਗੁਰ ਨੇ ਕਿਹਾ ਕਿ ਆਪਣੇ ਜੀਵਨ ਦੇ ਅੰਦਰ ਪਹਿਲਾ ਗੁਣ ਅਸੀਂ ਇਹ ਧਾਰਨ ਕਰਨਾ ਕਿ ਅਸੀਂ ਨਿਭਣਾ ਸਿੱਖਣਾ ਹੈ ਜੀ। ਜਦੋਂ ਅਸੀਂ ਨਿਭਣਾ ਸਿੱਖ ਲਿਆ, ਨਿਮਰਤਾ ਲਿਆਂਦੀ ਆਪਣੇ ਜੀਵਨ ਦੇ ਅੰਦਰ, ਸਤਿਗੁਰ ਕਹਿੰਦਾ ਸਾਡਾ ਪਹਿਲਾ ਕਦਮ ਪੁੱਟਿਆ ਜਾਣਾ ਰੱਬ ਦੇ ਘਰ ਵੱਲ, ਅਸੀਂ ਰੱਬ ਦੇ ਨੇੜੇ ਹੋ ਜਾਣਾ ਆ। ਬਹੁਤ ਗੁਣ ਸਤਿਗੁਰ ਜੀ ਕਹਿੰਦੇ ਆਹ ਗੁਣ ਦੇ ਵਿੱਚ ਸਮਾ ਜਾਣਗੇ। ਸਤਿਗੁਰ ਕਹਿੰਦੇ ਨਿਵਣ ਸੁਅੱਖਰ ਖਵਣ ਗੁਣ। ਖਵਣ ਦਾ ਅਰਥ ਹੁੰਦਾ ਜੀ ਕਿਸੇ ਨੂੰ ਮਾਫ ਕਰ ਦੇਣਾ, ਖਿਮਾ ਕਰ ਦੇਣਾ। ਅੱਜ ਬਹੁਤ ਸਾਡੇ ਰਿਸ਼ਤੇ ਲੰਬੇ ਸਮੇਂ ਤੱਕ ਇੱਕ ਦੂਜੇ ਨੂੰ ਅਸੀਂ ਮਾਫ ਨਹੀਂ ਕਰਦੇ, ਐਵੇਂ ਚੱਲੀ ਜਾਂਦੇ ਆ ਜੀ। ਇਹਨੇ ਮੇਰੇ ਨਾਲ ਆਹ ਕੀਤਾ ਮੈਂ ਤਾਂ ਨਹੀਂ ਇਹਨੂੰ ਬੁਲਾਉਂਦਾ ਭਾਈ, ਇਹਨੇ ਮੇਰੇ ਨਾਲ ਉਹ ਕੀਤਾ ਮੈਂ ਤਾਂ ਨਹੀਂ ਇਹਨੂੰ ਬੁਲਾਉਂਦਾ। ਕਈ ਵਾਰ ਤਾਂ ਜਿਉਂਦੇ ਜੀ ਬੰਦੇ ਬੋਲਦੇ ਨੇ ਹੈ, ਪਰ ਮਰਨ ਤੋਂ ਬਾਅਦ ਸ਼ਮਸ਼ਾਨ ਘਾਟ ਕਿਤੇ ਇਕੱਠੇ ਹੋਣਾ ਪੈਂਦਾ ਆ। ਕਿਉਂਕਿ ਬੰਦੇ ਦੇ ਅੰਦਰ ਇਹ ਗੁਣ ਹੈ ਕਿ ਭਾਈ ਇਹਨੇ ਮੇਰੇ ਨਾਲ ਧੋਖਾ ਕੀਤਾ, ਮੈਂ ਇਹਨੂੰ ਮਾਫ ਨਹੀਂ ਕਰਨਾ। ਪਰ ਮੈਂ ਸੋਚਦਾ ਹੁੰਦਾ ਅਸੀਂ ਤਾਂ ਉਹਦੇ ਪੁੱਤਰ ਆ ਜੀ। ਗੁਰੂ ਅਰਜਨ ਦੇਵ ਪਾਤਸ਼ਾਹ ਨੂੰ ਜਹਾਂਗੀਰ ਨੇ ਸ਼ਹੀਦ ਕਰਾਇਆ ਹੋਵੇ ਤੇ ਧੰਨ ਗੁਰੂ ਹਰਗੋਬਿੰਦ ਪਾਤਸ਼ਾਹ ਜਹਾਂਗੀਰ ਨੂੰ ਮਾਫ ਕਰਦਾ ਹੋਵੇ ਤੇ ਸਤਿਗੁਰ ਜਹਾਂਗੀਰ ਨਾਲ ਦੋਸਤੀ ਪਾਉਂਦਾ ਹੋਵੇ। ਗੁਰੂ ਤੇਗ ਬਹਾਦਰ ਪਾਤਸ਼ਾਹ ਨੂੰ ਔਰੰਗਜ਼ੇਬ ਨੇ ਸ਼ਹੀਦ ਕਰਾਇਆ ਹੋਵੇ, ਸਤਿਗੁਰ ਜੀ ਦੇ ਬੱਚੇ ਤੱਕ ਸ਼ਹੀਦ ਕਰਾਏ ਹੋਵੇ, ਪਰ ਜਦੋਂ ਔਰੰਗਜ਼ੇਬ ਦਾ ਪੁੱਤਰ ਆ ਕੇ ਮਾਫੀ ਮੰਗਦਾ ਬਹਾਦਰ ਸ਼ਾਹ, ਤੇ ਧੰਨ ਗੁਰੂ ਕਲਗੀਧਰ ਪਾਤਸ਼ਾਹ ਸਭ ਕੁਝ ਭੁੱਲ ਕੇ ਬਹਾਦਰ ਸ਼ਾਹ ਨੂੰ ਮਾਫ ਕਰਦਾ ਤੇ ਉਹਦੇ ਨਾਲ ਮਿੱਤਰਤਾ ਪਾਉਂਦਾ ਆ। ਇੱਥੋਂ ਤੱਕ ਨਹੀਂ, ਫਿਰ ਹਿੰਦੁਸਤਾਨ ਦਾ ਰਾਜ ਪ੍ਰਬੰਧ ਵੀ ਬਹਾਦਰ ਸ਼ਾਹ ਦੀ ਝੋਲੀ ਵਿੱਚ ਪਾਉਂਦਾ ਆ। ਸਤਿਗੁਰ ਕਹਿੰਦੇ ਠੀਕ ਹੈ, ਬੰਦਾ ਗਲਤੀਆਂ ਦਾ ਪੁਤਲਾ ਆ,
ਪਰ ਜੇ ਹੋ ਸਕੇ ਸਾਡਾ ਕਿਤੇ ਰਿਸ਼ਤਾ ਬਚਦਾ ਹੋਵੇ, ਕਿਸੇ ਨੂੰ ਮਾਫ ਕਰਕੇ ਅਸੀਂ ਕਿਸੇ ਨੂੰ ਮਾਫ ਕਰ ਦਈਏ, ਸਤਿਗੁਰੂ ਕਹਿੰਦੇ ਇਹ ਬਹੁਤ ਵੱਡਾ ਗੁਣ ਹੈ। ਨਿਵਣ ਸੋ ਅੱਖਰ ਖਵਣ ਗੁਣ, ਤੀਜਾ ਗੁਣ ਹੈ ਜੇਬਾ ਮਣੀਆਂ ਮੰਤ। ਆਪਣੇ ਜੀਵ ਦੇ ਨਾਲ ਮਿੱਠਾ ਬੋਲਣਾ ਜੀ, ਕਦੇ ਕੋੜਾ ਨਾ ਬੋਲਿਓ। ਸਾਡਾ ਬਾਪੂ ਕੀ ਬੋਲਦਾ ਜੀ, ਮਿੱਠ ਬੋਲੜਾ ਜੀ ਹਰ ਸੱਜਣ ਸੁਆਮੀ ਮੋਰਾ, ਹਾਂ ਸੰਭਲ ਥੱਕੀ ਜੀ ਉਹ ਕਦੇ ਨਾ ਬੋਲੇ ਕੋੜਾ। ਮੈਂ ਕਹਿੰਦਾ ਬਾਬੇ ਨਾਨਕ ਦੀ ਆਵਾਜ਼ ਵਿੱਚ, ਬਾਬੇ ਨਾਨਕ ਦੇ ਸ਼ਬਦਾਂ ਵਿੱਚ, ਬਾਬੇ ਨਾਨਕ ਦੇ ਬੋਲਾਂ 'ਚ ਕਿੰਨੀ ਮਿਠਾਸ ਹੋਣੀ ਹੈ ਜੀ। ਜਦੋਂ ਬਾਬੇ ਨੇ ਕੋਟੇ ਰਾਖਸ਼ ਨਾਲ ਗੱਲ ਕੀਤੀ ਤੇ ਬਾਬੇ ਦਾ ਸਿੱਖ ਬਣ ਗਿਆ। ਜਦੋਂ ਬਾਬੇ ਨੇ ਗੱਲ ਕੀਤੀ ਵਲੀ ਕੰਧਾਰੀ ਨਾਲ, ਜਿਹਦੇ ਸਿਰ ਤੇ ਹੰਕਾਰ ਚੜਿਆ ਹੋਇਆ ਜੀ, ਮੈਂ ਮਾਰ ਦਾਂਗਾ ਬਾਬੇ ਨਾਨਕ ਨੂੰ ਪੱਥਰ ਸੁੱਟ ਕੇ, ਪਰ ਜਦੋਂ ਬਾਬੇ ਨਾਨਕ ਨੇ ਪਿਆਰ ਨਾਲ ਗੱਲ ਕੀਤੀ ਹੋਣੀ ਹੈ ਤੇ ਕਿੰਨੀ ਮਿਠਾਸ ਹੋਣੀ ਹੈ ਬੋਲਾਂ 'ਚ, ਬਾਬੇ ਦਾ ਸਿੱਖ ਬਣ ਗਿਆ। ਸੱਜਣ ਠੱਗ ਬਾਬੇ ਦਾ ਸਿੱਖ ਬਣ ਗਿਆ, ਭੂਮੀਆ ਚੋਰ ਬਾਬੇ ਦਾ ਸਿੱਖ ਬਣ ਗਿਆ ਆ। ਇੱਕ ਗੱਲ ਸੰਗਤ ਜੀ ਯਾਦ ਰੱਖਿਓ, ਆਪਣੀ ਜ਼ੁਬਾਨ ਤੋਂ ਕਦੇ ਵੀ ਕਿਸੇ ਨੂੰ ਕੋੜੇ ਬੋਲ ਨਾ ਬੋਲਿਓ, ਕਿਉਂਕਿ ਹਥਿਆਰਾਂ ਦੇ ਦਿੱਤੇ ਹੋਏ ਜ਼ਖਮ ਸਮੇਂ ਦੇ ਨਾਲ ਭਰ ਜਾਂਦੇ ਆ, ਪਰ ਜ਼ੁਬਾਨ ਦੇ ਦਿੱਤੇ ਹੋਏ ਜ਼ਖਮ ਕਈ ਜਨਮਾਂ ਤੱਕ ਚੇਤੇ ਰਹਿੰਦੇ ਆ। ਕੋਸ਼ਿਸ਼ ਕਰੀਏ ਜ਼ੁਬਾਨ ਤੋਂ ਮਿੱਠਾ ਬੋਲੀਏ, ਜ਼ੁਬਾਨ ਤੋਂ ਕੋੜਾ ਨਾ ਬੋਲੀਏ। ਸਾਨੂੰ ਸਾਡੇ ਗੁਰੂ ਨੇ ਮਿੱਠਾ ਬੋਲਣਾ ਸਿਖਾਇਆ, ਕੋੜਾ ਬੋਲਣਾ ਨਹੀਂ ਸਿਖਾਇਆ ਜੀ। ਸਤਿਗੁਰ ਕਹਿੰਦੇ ਆ ਤਿੰਨ ਗੁਣ ਧਾਰਨ ਕਰ, ਕਵਣ ਸੋ ਅੱਖਰ ਕਵਣ ਗੁਣ, ਕਵਣ ਸੋ ਮਣੀਆਂ ਮੰਤ, ਕਵਣ ਸੋ ਵੇਸੋ ਹਉ ਕਰੀ ਜਿਤ ਆਵੈ ਕੰਤ। ਬਸ ਮਾਲਕ ਜੀ ਕਹਿੰਦੇ ਨਿਵਣ ਸੋ ਅੱਖਰ ਖਵਣ ਗੁਣ, ਜੀਵਾ ਮਣੀਆਂ ਵੰਤ, ਇਹ ਤ੍ਰੈ ਭੈਣੇ ਵੇਸ ਕਰ ਤਾਂ ਵਸ ਆਵੇ ਕੰਤ। ਪਰਮਾਤਮਾ ਅਕਾਲ ਪੁਰਖ ਵਾਹਿਗੁਰੂ ਤੇਰੇ ਵਸ 'ਚ ਆ ਜਾਏਗਾ ਜਦੋਂ ਇਹ ਤਿੰਨ ਗੁਣ ਤੇਰੇ ਜੀਵਨ 'ਚ ਆ ਗਏ। ਇੱਥੇ ਨਹੀਂ ਜੀ, ਗੁਰੂ ਗ੍ਰੰਥ ਸਾਹਿਬ ਨੇ ਇੱਕ ਹੋਰ ਥਾਂ ਦੇ ਉੱਤੇ ਸੁਹਾਗਣ ਦਾ ਜ਼ਿਕਰ ਕਰਦੇ ਹੋਏ ਨਾ ਜੀ ਬਹੁਤ ਕਮਾਲ ਦੀ ਗੱਲ ਕਹੀ ਹੈ। ਸਤਿਗੁਰ ਕਹਿੰਦੇ ਜਾਏ ਪੁੱਛੋ ਸੁਹਾਗਣੀ, ਤੁਸੀਂ ਰਾਵਿਆ ਕਿੰਨੀ ਗੁਣੀ, ਸਹਿਜ ਸੰਤੋਖ ਸ਼ਿੰਗਾਰੀਆ ਮਿੱਠਾ ਬੋਲਣੀ, ਪੇਰ ਰਸਾਲੂ ਤਾਂ ਮਿਲੇ ਜਾਂ ਗੁਰ ਕਾ ਸ਼ਬਦ ਸੁਣੀ। ਮਾਲਿਕ ਜੀ ਕਹਿੰਦੇ ਭਾਈ ਜਾ ਕੇ ਗੁਰਮੁਖਾਂ ਨੂੰ ਪੁੱਛ ਕਿ ਕਿਵੇਂ ਰੱਬ ਨੂੰ ਪਾ ਲਿਆ, ਜਾ ਕੇ ਪੁੱਛਦਾ ਸਹੀ। ਸੁਹਾਗਣ ਕੋਲ ਜਾਵੇ, ਆਪਣੇ ਪਤੀ ਨੂੰ ਵਸ 'ਚ ਕਿੱਦਾਂ ਕੀਤਾ ਹੋਇਆ ਭਾਈ, ਕਿਵੇਂ ਪਤੀ ਤੇਰੇ ਵਸ 'ਚ ਆਇਆ। ਗੁਰਮੁਖ ਨੂੰ ਪੁੱਛੇ ਜਾ ਕੇ, ਫਿਰ ਗੁਰਮੁਖ ਦੱਸਦਾ ਕਿ ਮੈਂ ਆਪਣੇ ਜੀਵਨ 'ਚ ਸਹਿਜ ਅਵਸਥਾ ਲਿਆਂਦੀ। ਸਹਿਜ ਦਾ ਅਰਥ ਹੁੰਦਾ ਜੀ ਟਿਕਾ, ਜਿੱਥੇ ਪ੍ਰਮਾਤਮਾ ਰੱਖ ਰਿਹਾ ਆ ਉੱਥੇ ਮੈਂ ਰਹਿ ਰਿਹਾ, ਜੋ ਮੇਰੇ ਕੋਲ ਹੈ ਉਹਦਾ ਸ਼ੁਕਰਾਨਾ ਹੈ। ਹੁਣ ਸਾਡਾ ਸੁਭਾਅ ਪਤਾ ਕੀ ਹੈ ਸੰਗਤ ਜੀ, ਜੋ ਪ੍ਰਮਾਤਮਾ ਨੇ ਮੈਨੂੰ ਦਿੱਤਾ ਹੈ ਨਾ ਜੀ, ਮੈਂ ਉਹਦਾ ਆਨੰਦ ਨਹੀਂ ਮਾਣ ਰਿਹਾ। ਜੋ ਮੇਰੇ ਕੋਲ ਨਹੀਂ ਹੈ ਮੈਂ ਉਹਦੇ ਬਾਰੇ ਸੋਚ ਕੇ ਰੱਬ ਨੂੰ ਉਲਾਂਭੇ ਦੇਈ ਜਾਂਦਾ ਆ, ਪਰ ਮੈਂ ਇਹ ਨਹੀਂ ਸੋਚਦਾ ਕਿ ਜੋ ਮੇਰੇ ਕੋਲ ਹੈ ਬਹੁਤਿਆਂ ਕੋਲ ਇਹ ਕੁਛ ਨਹੀਂ ਹੈ। ਜੋ ਮੈਨੂੰ ਪ੍ਰਮਾਤਮਾ ਨੇ ਦਿੱਤਾ ਆ, ਜਿੰਨਾ ਮੈਨੂੰ ਪ੍ਰਮਾਤਮਾ ਨੇ ਦਿੱਤਾ, ਸਤਿਗੁਰ ਦਾ ਸ਼ੁਕਰਾਨਾ ਕਰਾਂ ਮੈਂ। ਬੜੇ ਲੋਕ ਨੇ ਜੀ ਸੜਕਾਂ ਤੇ ਸੁੱਤੇ ਪਏ ਨੇ, ਸਿਰ ਤੇ ਛੱਤ ਨਹੀਂ ਹੈ, ਪਾਉਣ ਨੂੰ ਕੱਪੜਾ ਨਹੀਂ ਹੈ, ਖਾਣ ਨੂੰ ਰੋਟੀ ਨਹੀਂ ਹੈ। ਮੈਂ ਬਾਰ ਗੁਰੂ ਦਾ ਸ਼ੁਕਰਾਨਾ ਕਰਾਂ ਕਿ ਸਿਰ ਢੱਕਣ ਨੂੰ ਮੇਰੇ ਕੋਲ ਛੱਤ ਵੀ ਹੈ ਤੇ ਤਨ ਢੱਕਣ ਨੂੰ ਕੱਪੜਾ ਵੀ ਹੈ, ਤੇ ਮੇਰੇ ਕੋਲ 2 ਟਾਈਮ ਦੀ ਸਤਿਗੁਰ ਨੇ ਖਾਣ ਵਾਸਤੇ ਰੋਟੀ ਵੀ ਦਿੱਤੀ ਹੋਈ ਹੈ। ਮੈਂ ਹਲੇ ਵੀ ਰੱਬ ਨੂੰ ਲਾਂਭੇ ਦਿੰਦਾ ਹੈ? ਨਹੀਂ। ਜਿੱਥੇ ਮੇਰੇ ਮਾਲਕ ਨੇ ਰੱਖਿਆ ਸਹਿਜ ਅਵਸਥਾ 'ਚ ਆਪਣੇ ਆਪ ਨੂੰ ਟਿਕਾਉਣਾ, ਸਤਿਗੁਰ ਕਹਿੰਦੇ ਦੂਜਾ ਗੁਣ ਸੰਤੋਖ ਦਾ। ਬੰਦਾ ਥੋੜੇ ਵਿੱਚ ਵੀ ਤਾਂ ਰੱਜੇਗਾ ਜੇ ਸੰਤੋਖ ਹੋਏਗਾ ਜੀ। ਬਾਬੇ ਲਹਿਣੇ ਨੇ ਨਾ ਦੁਕਾਨ ਕੀਤੀ ਸੀ ਜੀ ਖੰਡੂਰ ਸਾਹਿਬ, ਧਿਆਨ ਦਿਓ, ਦੁਕਾਨ ਬਾਬੇ ਲਹਿਣੇ ਨੇ ਕੀਤੀ, ਹਾਲੇ ਬਾਬੇ ਨਾਨਕ ਨੂੰ ਮਿਲੇ ਨਹੀਂ ਆ। ਸਿਰਫ ਇੱਕ ਪੰਕਤੀ ਸੁਣ ਚੁੱਕੇ ਆ ਬਾਬੇ ਜੋਧ ਕੋਲੋਂ ਕਿ ਸੇਵ ਕੀਤੀ ਸੰਤੋਖਈ, ਕਿ ਸੰਤੋਖ ਦੇ ਨਾਲ ਜਦੋਂ ਸੇਵਾ ਕਰਾਂਗੇ ਜੀਵਨ ਬਦਲ ਜਾਂਦਾ। ਕਿ ਬੰਦੇ ਅੰਦਰ ਸੰਤੋਖ ਹੋਵੇ ਤੇ ਗੁਰੂ ਮਾਲਕ ਜੀ ਕਹਿੰਦੇ ਉਹ ਜੀਵਨ ਬੜਾ ਕਮਾਲ ਦਾ ਹੁੰਦਾ ਹੈ। ਰੋਜ਼ ਬਾਬੇ ਲਹਿਣੇ ਦੀ ਦੁਕਾਨ ਤੇ ਇੱਕ ਗੁਰੂ ਕਾ ਸਿੱਖ ਹੈ ਜਿਹਦਾ ਨਾਮ ਹੈ ਭਾਈ ਸੀਹਾ, ਧਿਆਨ ਦਿਓ ਜੀ। ਉਹ ਰੋਜ਼ ਆ ਕੇ ਬਾਬੇ ਲਹਿਣੇ ਤੋਂ ਸੌਦਾ ਲੈਂਦਾ ਹੈ ਜੀ, ਤੇ ਆਪਣੇ ਘਰ ਦਾ ਜਿਹੜਾ ਆ ਰਾਸ਼ਨ ਪਾਣੀ ਲੈ ਕੇ ਜਾਂਦਾ ਤੇ ਆਪਣਾ ਜੀਵਨ ਸੋਹਣਾ ਬਤੀਤ ਕਰਦਾ ਹੈ ਜੀ। ਹੁਣ ਜਦੋਂ ਇੱਕ ਦੁਕਾਨ ਤੇ ਰੋਜ਼ ਇੱਕ ਗਾਹਕ ਬਾਰ-ਬਾਰ ਆਈ ਜਾਵੇ ਨਾ, ਫਿਰ ਗਾਹਕ ਤੇ ਦੁਕਾਨਦਾਰ ਦੀ ਦੋਸਤੀ ਪੈ ਜਾਂਦੀ ਹੈ। ਫਿਰ ਉਹ ਗੱਲਾਂ 'ਚ ਪੁੱਛ ਲੈਂਦਾ ਤੇਰੇ ਘਰ 'ਚ ਕੌਣ ਕੌਣ ਹੈ ਭਾਈ, ਤੇਰਾ ਕੀ ਕੰਮ ਕਾਰ ਹੈ,
ਕਿੱਥੇ ਤੂੰ ਰਹਿੰਦਾ ਭਾਈ? ਬਹੁਤ ਫਿਰ ਉਹਨਾਂ ਦੀ ਆਪਸ ਗੱਲਾਂ ਹੋਣ ਲੱਗ ਜਾਂਦੀਆਂ ਜਦੋਂ ਰੋਜ਼ ਦੁਕਾਨਦਾਰ ਨੂੰ ਗਾਹਕ ਨੇ ਮਿਲਣਾ ਆ। ਹੁਣ ਅੱਜ ਕੀ ਹੋਇਆ ਕਿ ਬਾਬਾ ਲਹਿਣਾ ਉਡੀਕ ਰਿਹਾ ਆ ਕਿ ਭਾਈ ਸਿੰਘਾ ਰੋਜ਼ ਦੀ ਤਰ੍ਹਾਂ ਮੇਰੀ ਦੁਕਾਨ ਤੇ ਆਏਗਾ, ਸ਼ਾਮ ਨੂੰ ਸੌਦਾ ਲਏਗਾ ਤੇ ਘਰ ਚਲੇ ਜਾਏਗਾ, ਤੇ ਮੈਂ ਵੀ ਉਹਦਾ ਇੰਤਜ਼ਾਰ ਕਰਦਾ ਆ। ਖੇਡ ਇਹ ਬਣੀ ਕਿ ਭਾਈ ਸਿੰਘਾ ਦੁਕਾਨ ਤੇ ਨਹੀਂ ਆਇਆ ਜੀ ਅੱਜ। ਧਿਆਨ ਦਿਓ ਜੀ। ਹੁਣ ਬਾਬਾ ਲਹਿਣਾ ਉਡੀਕਦਾ ਰਿਹਾ ਪਰ ਭਾਈ ਸਿੰਘਾ ਪਹੁੰਚਿਆ ਨਹੀਂ। ਬਾਬੇ ਲਹਿਣੇ ਨੇ ਉਡੀਕ ਕਰ ਕਰਕੇ ਦੁਕਾਨ ਵਧਾਈ, ਬੰਦ ਕੀਤੀ ਤੇ ਆਪਣੇ ਘਰ ਚਲਾ ਗਿਆ। ਚਲੋ ਅੱਜ ਸੌਦਾ ਹੋਣਾ ਘਰੇ, ਤਾਂ ਨਹੀਂ ਲੈਣ ਆਇਆ। ਦੂਜਾ ਦਿਨ ਫੇਰ ਏਦਾਂ ਹੀ ਬਤੀਤ ਹੋਇਆ ਜੀ। ਬਾਬਾ ਲਹਿਣਾ ਉਡੀਕਦਾ ਭਾਈ ਸਿੰਘਾਂ ਜੀ ਆਉਣਗੇ, ਦੁਕਾਨ ਤੇ ਸੌਦਾ ਲੈਣਗੇ ਤੇ ਆਪਣੇ ਘਰ ਜਾਣਗੇ। ਪਰ ਦੂਜੇ ਦਿਨ ਦੇ ਇੰਤਜ਼ਾਰ ਦੀਆਂ ਘੜੀਆਂ ਵੀ ਖਤਮ ਹੋਈਆਂ ਤੇ ਬਾਬਾ ਸਿੰਘਾਂ ਦੁਕਾਨ ਤੇ ਆਇਆ ਹੀ ਨਹੀਂ। ਇੱਕ ਦਿਨ ਚਲਾ ਗਿਆ, 2 ਦਿਨ ਚਲੇ ਗਏ, 3 ਦਿਨ ਚਲੇ ਗਏ, ਬਾਬਾ ਸਿੰਘਾਂ ਦੁਕਾਨ ਤੇ ਨਹੀਂ ਆਇਆ ਜੀ। ਚੌਥੇ ਦਿਨ ਬਾਬਾ ਸਿੰਘਾਂ ਦੁਕਾਨ ਤੇ ਆ ਗਿਆ। ਬਾਬੇ ਲੈਣੇ ਨੂੰ ਆ ਕੇ ਕੁਝ ਕੁ ਪੈਸੇ ਦਿੱਤੇ ਕਿ ਮੇਰਾ ਸੌਦਾ ਤੋਲ ਦੇ ਭਾਈ। ਬਾਬਾ ਲੈਣਾ ਕਹਿੰਦਾ ਮੈਂ ਸੌਦਾ ਤੋਲਾਂਗਾ, ਪਰ ਮੇਰਾ ਇੱਕ ਸਵਾਲ ਹੈ। ਕੀ ਸਵਾਲ ਹੈ ਭਾਈ ਸਾਹਿਬ? ਸਵਾਲ ਮੇਰਾ ਇਹ ਹੈ ਕਿ ਤੁਸੀਂ ਰੋਜ਼ ਮੇਰੀ ਦੁਕਾਨ ਤੇ ਆ ਕੇ ਸੌਦਾ ਲੈਂਦੇ ਸੀ, ਪਰ ਪਿਛਲੇ 3 ਦਿਨ ਤੋਂ ਮੇਰੀ ਦੁਕਾਨ ਤੇ ਨਹੀਂ ਆਏ। ਕਿ ਤੁਹਾਡੇ ਘਰ ਵਿੱਚ ਸੌਦਾ ਪਿਆ ਸੀ ਤਾਂ ਕਰਕੇ ਨਹੀਂ ਆਏ, ਜਾਂ ਸੌਦਾ ਕਿਸੇ ਹੋਰ ਦੁਕਾਨ ਤੋਂ ਲੈ ਲਿਆ ਤਾਂ ਕਰਕੇ ਨਹੀਂ ਆਏ? ਕਾਰਨ ਕੀ ਬਣਿਆ ਕਿ ਤੁਸੀਂ 3 ਦਿਨ ਮੇਰੀ ਦੁਕਾਨ ਤੇ ਨਹੀਂ ਆਏ? ਬਾਬੇ ਸਿੱਖੇ ਨੇ ਬੜਾ ਪਿਆਰਾ ਜਵਾਬ ਦਿੱਤਾ ਜੀ। ਗੱਲ ਸੰਤੋਖ ਦੀ ਕਰਨ ਲੱਗਾ ਆ। ਬਾਬੇ ਸਿੱਖੇ ਨੇ ਆਖਿਆ ਕਿ ਭਾਈ ਸਾਹਿਬ ਮੈਂ ਹਾਂ ਮਜ਼ਦੂਰ ਬੰਦਾ, ਰੋਜ਼ ਦਿਹਾੜੀ ਲਾਉਂਦਾ ਤੇ ਪੈਸੇ ਮਿਲਦੇ ਆ ਤੇ ਮੇਰੇ ਘਰ ਦਾ ਗੁਜ਼ਾਰਾ ਚੱਲਦਾ। ਪਿਛਲੇ 3 ਦਿਨਾਂ ਤੋਂ ਲਗਾਤਾਰ ਮੈਨੂੰ ਦਿਹਾੜੀ ਨਹੀਂ ਮਿਲੀ। ਧਿਆਨ ਦਿਓ ਜੀ, ਪਿਛਲੇ 3 ਦਿਨਾਂ ਤੋਂ ਮੈਨੂੰ ਦਿਹਾੜੀ ਨਹੀਂ ਮਿਲੀ। ਜੇ ਦਿਹਾੜੀ ਨਹੀਂ ਮਿਲੀ ਤੇ ਪੈਸਾ ਨਹੀਂ ਮਿਲੇਗਾ ਜੀ। ਜੇ ਪੈਸਾ ਨਹੀਂ ਮਿਲੇਗਾ ਤਾਂ ਮੈਂ ਸੌਦਾ ਕਿੱਥੋਂ ਲਵਾਂਗਾ? ਅੱਜ 3 ਦਿਨਾਂ ਬਾਅਦ ਪ੍ਰਮਾਤਮਾ ਦੀ ਖੇਡ ਵਰਤੀ ਹੈ। ਬਾਬੇ ਨਾਨਕ ਨੇ ਕਿਰਪਾ ਕੀਤੀ ਹੈ, ਮੇਰੀ ਦਿਹਾੜੀ ਲੱਗੀ ਆ ਜੀ, ਆਹ ਮੈਨੂੰ ਇੰਨੀ ਕੁ ਮਜ਼ਦੂਰੀ ਮਿਲੀ ਹੈ ਤੇ ਮੈਂ ਤੁਹਾਡੇ ਕੋਲ ਆ ਗਿਆ ਤੇ ਕਿਰਪਾ ਕਰਕੇ ਮੈਨੂੰ ਸੌਦਾ ਤੋਲ ਦਿਓ। ਬਾਬੇ ਲੈਣੇ ਨੇ ਦੇਖਿਆ ਕਿ ਪੈਸਾ ਜਿੰਨਾ ਕਾ ਨਾ ਜੀ, ਉਹਦੇ ਨਾਲ 3 ਕੁ ਮੁੱਠੀਆਂ ਆਟੇ ਦੀਆਂ ਆਉਣੀਆਂ ਜੀ ਤੇ ਥੋੜੀ ਜਿਹੀ ਦਾਲ ਆਉਣੀ ਹੈ, ਇਸ ਤੋਂ ਇਲਾਵਾ ਹੋਰ ਕੁਝ ਵੀ ਨਹੀਂ ਮਿਲਣਾ। ਤੇ ਬਾਬੇ ਲੈਣੇ ਨੇ ਪੁੱਛਿਆ ਕਿ 3 ਦਿਨ ਗੁਜ਼ਾਰਾ ਕਿੱਦਾਂ ਕੀਤਾ? ਬਾਬੇ ਸਿਗੇ ਨੇ ਕਿਹਾ ਮੈਂ ਗੁਰੂ ਨਾਨਕ ਦਾ ਸਿੱਖ ਹਾਂ, ਸੰਤੋਖ ਵਿੱਚ ਰਹਿਣਾ ਮੇਰੇ ਬਾਬੇ ਨੇ ਮੈਨੂੰ ਸਿਖਾਇਆ ਆ। ਅਸੀਂ ਪਾਣੀ ਪੀ ਕੇ ਵੀ ਗੁਜ਼ਾਰਾ ਕਰ ਲਿਆ ਆ। ਧੰਨ ਗੁਰੂ ਨਾਨਕ ਦੀ ਵਡਿਆਈ ਗਾਉਂਦੇ ਗਾਉਂਦੇ ਅਸੀਂ ਪਾਣੀ ਪੀ ਕੇ ਗੁਜ਼ਾਰਾ ਕਰ ਲਿਆ ਆ। ਤੇ ਗੁਰੂ ਨੂੰ ਉਲਾਂਭਾ ਨਹੀਂ ਦਿੱਤਾ ਕਿ 3 ਦਿਨ ਤੋਂ ਮੇਰੇ ਘਰ 'ਚ ਰੋਟੀ ਨਹੀਂ ਬਣੀ। ਨਾ, ਜਿੱਥੇ ਪ੍ਰਮਾਤਮਾ ਰੱਖਦਾ, ਜਿਵੇਂ ਗੁਰੂ ਰੱਖਦਾ, ਸ਼ੁਕਰਾਨਾ ਜੀ ਉਹਦਾ। ਬਾਬਾ ਲੈਣਾ ਬੜਾ ਹੈਰਾਨ ਕਿ 3 ਦਿਨ ਤੋਂ ਰੋਟੀ ਨਾ ਖਾਧੀ ਹੋਵੇ ਤੇ ਅੱਜ ਜਿਹੜਾ ਸੌਦਾ ਲੈ ਕੇ ਚੱਲੇ ਆਇਆ ਉਹਦੀਆਂ ਵੀ 3 ਕੁ ਰੋਟੀਆਂ ਬਣਨੀਆਂ, ਥੋੜੀ ਜਿਹੀ ਦਾਲ ਬਣਨੀ ਹੈ। 3 ਦਿਨ ਦਾ ਬੰਦਾ ਭੁੱਖਾ ਹੋਵੇ ਤੇ 3 ਰੋਟੀਆਂ ਸਿਰਫ ਘਰ ਵਿੱਚ ਅੱਜ ਬਣਨਗੀਆਂ। ਘਰ ਵਿੱਚ ਕੌਣ ਕੌਣ ਹੈ ਜੀ? ਕਹਿੰਦਾ ਇੱਕ ਮੇਰੀ ਪਤਨੀ ਹੈ ਤੇ ਇੱਕ ਮੇਰਾ ਬੱਚਾ ਹੈ। ਬਾਬੇ ਲੈਣੇ ਨੇ ਤਰਸ ਕੀਤਾ ਜੀ। ਸੰਗਤ ਜੀ ਧਿਆਨ ਦਿਓ, ਬਾਬੇ ਲੈਣੇ ਨੇ ਤਰਸ ਇਹ ਕੀਤਾ ਕਿ 2-4 ਮੁੱਠੀਆਂ ਆਟੇ ਦੀਆਂ ਸੌਦੇ 'ਚ ਆਪਣੇ ਵੱਲੋਂ ਵੱਧ ਪਾ ਦਿੱਤਾ। ਤਰਸ ਕੀਤਾ ਜੀ, ਗਰੀਬ ਮਾਤੜ ਬੰਦਾ, ਕੋਈ ਗੱਲ ਨਹੀਂ। ਜਦੋਂ ਬਾਬੇ ਸੀਗੇ ਨੇ ਆਪਣਾ ਸੌਦਾ ਪਕੜਿਆ, ਸੌਦਾ ਪਕੜ ਕੇ ਜਦੋਂ ਦੇਖਿਆ ਤੇ ਬਾਬੇ ਲੈਣੇ ਨੂੰ ਆਖਿਆ ਕਿ ਭਾਈ ਸਾਹਿਬ ਮੈਨੂੰ ਲੱਗਦਾ ਹੈ ਕਿ ਤੁਸੀਂ ਸੌਦਾ ਵੱਧ ਪਾ ਦਿੱਤਾ ਆ ਭੁਲੇਖੇ ਨਾਲ, ਕਿਉਂਕਿ ਜਿੰਨੇ ਕੁ ਮੈਂ ਪੈਸੇ ਦਿੱਤੇ ਆ ਉਸ ਹਿਸਾਬ ਨਾਲ ਇੰਨਾ ਸੌਦਾ ਨਹੀਂ ਹੋਣਾ ਹੈ ਜਿੰਨਾ ਤੁਸੀਂ ਮੈਨੂੰ ਪਾ ਦਿੱਤਾ ਆ। ਤੁਸੀਂ ਇਹ ਵੱਧ ਤੋਲ ਦਿੱਤਾ, ਇੱਕ ਵਾਰੀ ਫੇਰ ਤੋਲੋ ਤੇ ਫੇਰ ਮੈਨੂੰ ਸੌਦਾ ਦਿਓ। ਬਾਬਾ ਲੈਣਾ ਕਹਿੰਦਾ ਮੈਂ ਵੱਧ ਪਾਇਆ ਨਹੀਂ ਹੈ ਭੁਲੇਖੇ ਨਾਲ, ਮੈਂ ਜਾਣ ਬੁੱਝ ਕੇ ਪਾਇਆ। ਤੂੰ 3 ਦਿਨ ਦਾ ਭੁੱਖਾ ਆ, ਜਿੰਨਾ ਕੋ ਸੌਦਾ ਤੂੰ ਲੈ ਕੇ ਚੱਲਿਆ ਰੋਟੀਆਂ 3 ਬਣਨੀਆਂ ਆ। ਤੇਰੀ ਤਾਂ ਭੁੱਖ ਨਹੀਂ ਦੂਰ ਹੋਣੀ ਤੇ ਘਰ ਵਾਲੀ ਨੂੰ ਕੀ ਖਵਾਏਗਾ? ਆਹ 2 ਮੁੱਠੀਆਂ ਮੈਂ ਵੱਧ ਪਾਈਆਂ ਆ ਤਾਂ ਕਿ ਤੇਰੇ ਘਰ ਦੇ ਵਿੱਚ ਅੱਜ ਚੰਗੀ ਰੋਟੀ ਬਣ ਸਕੇ, ਤੁਸੀਂ ਰੱਜ ਕੇ ਰੋਟੀ ਖਾ ਸਕੋ। ਮੈਂ ਆਪਣੇ ਵੱਲੋਂ ਕੁਝ ਦਿੱਤਾ ਆ, ਇਹਦਾ ਮੈਂ ਪੈਸਾ ਕੋਈ ਨਹੀਂ ਲੈਣਾ ਆ। ਤੇ ਭਾਈ ਸਿੰਘੇ ਦੀ ਅੱਖਾਂ 'ਚ ਅੱਥਰੂ ਆ ਗਏ। ਕਹਿੰਦੇ ਤੁਹਾਡੀਆਂ 2 ਆਟੇ ਦੀਆਂ ਮੁੱਠੀਆਂ ਨੇ ਨਾ ਮੈਨੂੰ ਮੇਰੇ ਬਾਬੇ ਨਾਨਕ ਤੋਂ ਦੂਰ ਕਰ ਦੇਣਾ ਆ। ਧਿਆਨ ਦਿਓ ਜੀ, ਤੁਹਾਡੀਆਂ 2 ਆਟੇ ਦੀਆਂ ਮੁੱਠੀਆਂ ਨੇ ਮੈਨੂੰ ਮੇਰੇ ਬਾਬੇ ਨਾਨਕ ਤੋਂ ਦੂਰ ਕਰ ਦੇਣਾ। ਮੈਂ ਭੁੱਖਾ ਤਾਂ ਰਹਿਣਾ ਮਨਜ਼ੂਰ ਕਰ ਲਾਂਗਾ, ਪਰ ਬਾਬੇ ਨਾਨਕ ਦੀ ਮੈਂ ਦੂਰੀ ਬਰਦਾਸ਼ਤ ਨਹੀਂ ਕਰ ਸਕਦਾ। ਧਿਆਨ ਦਿਓ ਜੀ, ਮੇਰਾ ਬਾਬਾ ਮੇਰੇ ਤੋਂ ਰੁੱਸ ਜਾਏਗਾ ਜੀ।
ਤੇ ਬਾਬੇ ਲੈਣੇ ਨੇ ਪੁੱਛਿਆ ਇਹ ਕਿੱਦਾਂ ਹੋਏਗਾ, ਤੇਰਾ ਗੁਰੂ ਤੇ ਤੋਂ ਕਿੱਦਾਂ ਰੁੱਸੇਗਾ? ਕਹਿੰਦਾ ਮੇਰੇ ਗੁਰੂ ਨੇ ਮੈਨੂੰ ਪੜਾਇਆ, ਹੱਕ ਪਰਾਇਆ ਨਾਨਕਾ ਉਸ ਸੂਰ ਉਸ ਗਾਏ, ਗੁਰਪੀਰ ਹਾਮਾ ਤਾਂ ਭਰੇ ਜਾ, ਮੁਰਦਾਰ ਨਾ ਖਾਇਓ। ਮੇਰੇ ਹੱਕ ਦੀਆਂ ਜਿਹੜੀਆਂ ਮੁੱਠੀਆਂ ਬਣਦੀਆਂ ਆਟੇ ਦੀਆਂ ਉਹ ਦੇ ਦੇ, ਜੋ ਮੇਰੇ ਹੱਕ ਦਾ ਨਹੀਂ ਬਣਦਾ ਆਪਣਾ ਬਾਹਰ ਕੱਢ ਲੈ। ਮੈਂ ਤੁਹਾਡੇ ਕੋਲੋਂ ਤੁਹਾਡੀ ਹਮਦਰਦੀ ਠੀਕ ਹੈ ਤੁਸੀਂ ਮੇਰੇ ਨਾਲ ਕੀਤੀ ਹੈ, ਪਰ ਮੈਂ ਵੱਧ ਸਮਾਨ ਨਹੀਂ ਲੈ ਕੇ ਜਾਣਾ। ਜਿੰਨਾ ਕੁ ਮੇਰਾ ਹੱਕ ਬਣਦਾ ਮੈਨੂੰ ਉਹ ਦੇ ਦਿਓ, ਮੈਨੂੰ ਵੱਧ ਆਟਾ ਤੋਲਣ ਦੀ ਕੋਈ ਲੋੜ ਨਹੀਂ ਹੈ। ਭਾਈ ਲਹਿਣਾ ਬਾਬਾ ਲਹਿਣਾ ਬੜਾ ਹੈਰਾਨ ਕਿ 3 ਦਿਨ ਦਾ ਭੁੱਖਾ ਹੋਵੇ ਤੇ ਅੱਜ ਜੇ ਮੈਂ ਆਟਾ ਵੱਧ ਪਾ ਦਿੱਤਾ ਹੋਵੇ, ਕਹਿੰਦਾ ਕੱਢ ਲੈ, ਮੈਂ ਇਹਦੇ ਵਿੱਚ ਗੁਜ਼ਾਰਾ ਕਰ ਲਾਂਗਾ। ਤੇ ਬਾਬੇ ਲਹਿਣੇ ਦੇ ਮਨ 'ਚ ਹੈ ਕਈ ਵਾਰ ਬੰਦਾ ਕਹਿੰਦਾ ਕੁਝ ਹੋਰ ਹੁੰਦਾ ਤੇ ਕਰਦਾ ਕੁਝ ਹੋਰ ਹੁੰਦਾ। ਕਰਨੀ ਤੇ ਕਥਨੀ 'ਚ ਫਰਕ ਹੁੰਦਾ ਨਾ ਜੀ। ਕਹਿਣ ਨੂੰ ਬੰਦਾ ਬੜੀਆਂ ਗੱਲਾਂ ਕਰਦਾ ਪਰ ਜੀਵਨ ਦੇਖੀਦਾ ਤੇ ਬੜਾ ਖਰਾਬ ਹੁੰਦਾ ਹੈ। ਬਾਬਾ ਲਹਿਣਾ ਕਹਿੰਦਾ ਮੈਂ ਦੇਖਣਾ ਚਾਹੁੰਦਾ ਕਿ ਜਿੱਡਾ ਇਹ ਸਬਰ ਸੰਤੋਖੀ ਬਣਦਾ ਆ, ਇਹ ਅਸਲ 'ਚ ਹੈ ਵੀ ਐਡਾ ਵੱਡਾ। ਬਾਬਾ ਲਹਿਣਾ ਮਗਰ ਮਗਰ ਤੁਰ ਪਿਆ ਜੀ। ਬਾਬੇ ਸੀਗੇ ਦੇ ਦੁਕਾਨ ਵਧਾਈ, ਮਗਰ ਮਗਰ ਤੁਰ ਪਿਆ। ਉਦੋਂ ਘਰੇ ਪਹੁੰਚਿਆ ਨਾ ਜੀ, ਆਪਣੀ ਘਰ ਵਾਲੀ ਨੂੰ ਬਾਬੇ ਸੀਗੇ ਨੇ ਸੌਦਾ ਪਕੜਾਇਆ ਤੇ ਆਖਿਆ ਭਗਵਾਨ ਨੇ ਸ਼ੁਕਰਾਨਾ ਕਰ, ਅੱਜ ਬਾਬੇ ਨਾਨਕ ਦਾ ਘਰ 'ਚ ਰਾਸ਼ਨ ਆਇਆ, ਅੱਜ ਘਰ 'ਚ ਰੋਟੀ ਪੱਕੇਗੀ, ਚੁੱਲ੍ਹਾ ਬਲੇਗਾ ਜੀ, ਅੱਜ ਰੱਜ ਕੇ ਲੰਗਰ ਛਕਾਂਗੇ। ਤੁਸੀਂ ਪ੍ਰਸ਼ਾਦਾ ਤਿਆਰ ਕਰੋ ਜੀ। ਪਤਨੀ ਨੇ ਪ੍ਰਸ਼ਾਦਾ ਤਿਆਰ ਕੀਤਾ ਜੀ, ਦਾਲ ਬਣਾਈ, ਪ੍ਰਸ਼ਾਦੇ ਬਣਾਏ। ਇਤਿਹਾਸ ਵਿੱਚ ਲਿਖਿਆ ਹੋਇਆ ਕਿ ਇਹ ਸਮੇਂ 3 ਪ੍ਰਸ਼ਾਦੇ ਬਣੇ ਜੀ। ਥੋੜੀ ਜਿਹੀ ਦਾਲ ਬਣੀ ਤੇ 3 ਪ੍ਰਸ਼ਾਦੇ ਬਣੇ। ਜਦੋਂ ਖਾਣ ਵਾਸਤੇ ਬੈਠਣ ਲੱਗੇ ਨਾ ਸੰਗਤ ਜੀ, ਗੁਰੂ ਦਾ ਸ਼ੁਕਰਾਨਾ ਕਰਨ ਲੱਗੇ, ਖਾਣ ਲੱਗੇ, ਤੇ ਬਾਹਰੋਂ ਇੱਕ ਆਵਾਜ਼ ਆਈ ਤੇ ਆਵਾਜ਼ ਆਈ ਕਿ ਭਾਈ ਇਹ ਗੁਰੂ ਨਾਨਕ ਦੇ ਸਿੱਖ ਦਾ ਘਰ ਹੈ। ਜਦੋਂ ਇਹ ਗੱਲ ਸੁਣੀ ਨਾ ਬਾਬੇ ਸੀਗੇ ਨੇ, ਉਹ ਕਹਿੰਦੇ ਹਾਂ ਇਹ ਬਾਬੇ ਨਾਨਕ ਦੇ ਸਿੱਖ ਦਾ ਘਰ ਹੈ। ਆਪਣੀ ਘਰ ਵਾਲੀ ਨੂੰ ਬਾਬੇ ਸੀਗੇ ਨੇ ਆਖਿਆ ਆਪਾਂ ਤਾਂ ਕਿੱਡੇ ਵੱਡੇ ਭਾਗੇ ਆ, ਸਾਨੂੰ ਲੋਕ ਸਾਡੇ ਗੁਰੂ ਦੇ ਨਾਮ ਨਾਲ ਜੋੜ ਕੇ ਬੁਲਾਉਂਦੇ ਆ। ਭਾਈ ਅਸੀਂ ਗੁਰੂ ਨਾਨਕ ਦੇ ਸਿੱਖ ਹਾਂ। ਹਾਂਜੀ ਇਹ ਗੁਰੂ ਨਾਨਕ ਦੇ ਸਿੱਖ ਦਾ ਘਰ ਹੈ, ਆਓ ਜੀ। ਕੌਣ? ਕਹਿੰਦੇ ਮੈਂ ਫਕੀਰ ਬੰਦਾ ਆ ਜੀ, ਮੈਂ ਵੀ 2 ਦਿਨ ਦਾ ਭੁੱਖਾ ਆ। ਮੈਂ ਹਰ ਇੱਕ ਪਿੰਡ ਦੇ ਵਿੱਚ ਗਿਆ, ਮੈਂ ਲੋਕਾਂ ਦੇ ਬੂਹੇ ਖੜਕਾਏ, ਮੈਨੂੰ ਕਿਸੇ ਨੇ ਰੋਟੀ ਨਹੀਂ ਦਿੱਤੀ, ਪਰ ਮੈਨੂੰ ਕਿਸੇ ਨੇ ਕਿਹਾ ਜੇ ਰੋਟੀ ਖਾਣੀ ਆ ਬਾਬੇ ਨਾਨਕ ਦੇ ਸਿੱਖ ਦੇ ਘਰ ਚਲਾ ਜਾ। ਅੱਜ ਵੀ ਜਦੋਂ ਦੁਨੀਆ ਦੇ ਉੱਤੇ ਕੋਈ ਵੀ ਮੁਸੀਬਤ ਪੈਂਦੀ ਹੈ ਨਾ ਜੀ, ਕੋਈ ਭੁਚਾਲ ਆ ਜਾਵੇ, ਕੋਈ ਸੁਨਾਮੀ ਆ ਜਾਵੇ, 2 ਦੇਸ਼ ਆਪਸ ਵਿੱਚ ਲੜ ਪੈਣ, ਤਬਾਹੀ ਹੋ ਜਾਵੇ, ਸਾਰਿਆਂ ਦੀ ਨਿਗਾਹ ਪੱਗਾਂ ਵਾਲਿਆਂ ਵੱਲ ਹੁੰਦੀ ਹੈ ਜੀ ਕਿ ਇਹ ਲੋਕ ਹੁਣ ਸਾਡੀ ਆ ਕੇ ਮਦਦ ਕਰਨਗੇ। ਜਿੱਥੇ ਗੋਲੇ ਵਰਦੇ ਹੋਣ, ਜਿੱਥੇ ਗੋਲੀਆਂ ਵਰਦੀਆਂ ਹੋਣ, ਜਿੱਥੇ ਜਾਨ ਲੋਕ ਇੱਕ ਦੂਜੇ ਦੀ ਲੈਂਦੇ ਹੋਣ, ਉੱਥੇ ਗੁਰੂ ਨਾਨਕ ਦੇ ਸਿੱਖ ਲੰਗਰ ਲਾ ਕੇ ਲੋਕਾਂ ਦੀ ਜਾਨ ਬਚਾਉਂਦੇ ਆ। ਅਸੀਂ ਗੁਰੂ ਨਾਨਕ ਦੇ ਸਿੱਖ ਹਾਂ, ਅਸੀਂ ਮਾਰਨ ਵਾਸਤੇ ਨਹੀਂ, ਅਸੀਂ ਬਚਾਉਣ ਵਾਸਤੇ ਆਏ ਆ। ਅਸੀਂ ਭਾਈ ਡੋਬਣ ਵਾਸਤੇ ਨਹੀਂ, ਅਸੀਂ ਤਾਰਨ ਵਾਸਤੇ ਆਏ ਆ। ਅਸੀਂ ਰਵਾਉਣ ਵਾਸਤੇ ਨਹੀਂ, ਅਸੀਂ ਹਸਾਉਣ ਵਾਸਤੇ ਆਏ ਆ। ਜਦੋਂ ਭਾਈ ਸੀਗੇ ਨੂੰ ਆਖਿਆ ਕਹਿੰਦੇ ਗੁਰੂ ਨਾਨਕ ਦੇ ਸਿੱਖ ਦਾ ਘਰ, ਕਹਿੰਦੇ ਹਾਂਜੀ। ਔਰ ਸੰਗਤ ਜੀ ਉਹ ਆਇਆ ਹੋਇਆ ਫਕੀਰ ਕਹਿੰਦਾ ਮੈਨੂੰ ਭੁੱਖ ਲੱਗੀ ਆ, ਪ੍ਰਸ਼ਾਦਾ ਛਕਾ ਦਿਓ। 3 ਦਿਨ ਦੇ ਭੁੱਖੇ ਪ੍ਰਸ਼ਾਦੇ 3 ਬਣੇ ਜੀ, ਹਲੇ ਆਪ ਨਹੀਂ ਛਕੇ। ਕਹਿੰਦੇ ਬਾਬਾ ਜੀ ਬੈਠੋ। ਜਦੋਂ ਬਾਬਾ ਜੀ ਬੈਠੇ, ਇੱਕ ਪ੍ਰਸ਼ਾਦਾ ਉਹਨਾਂ ਦੀ ਥਾਲੀ 'ਚ ਰੱਖਿਆ ਤੇ ਉਹਨਾਂ ਨੇ ਛਕ ਲਿਆ। ਜਦੋਂ ਉਹਨਾਂ ਨੇ ਛਕਿਆ ਸੰਗਤ ਜੀ ਖੇਡ ਇਹ ਬਣੀ, ਭਾਈ ਸਿੰਘਾਂ ਨੇ ਦੂਜਾ ਪ੍ਰਸ਼ਾਦਾ ਵੀ ਦਿੱਤਾ ਤੇ ਆਏ ਹੋਏ ਫਕੀਰ ਨੇ ਦੂਜਾ ਵੀ ਛਕ ਲਿਆ। ਇਹ ਸਾਰੀ ਖੇਡ ਬਾਹਰ ਖੜਾ ਬਾਬਾ ਲਹਿਣਾ ਦੇਖ ਰਿਹਾ, ਜਿਹੜਾ ਪਿੱਛਾ ਕਰਦਾ ਆਉਂਦਾ ਸੀਗਾ ਕਿ ਦੇਖਾ ਤਾਂ ਸਹੀ ਹੈ ਵੀ ਆ ਸੰਤੋਖੀ ਕਿ ਐਵੇਂ ਹੀ ਹੈ, ਕਿ ਐਵੇਂ ਝੂਠ ਬੋਲਦਾ ਆ। 3 ਦਿਨ ਦਾ ਬਾਬਾ ਸਿੰਘਾਂ ਤੇ ਉਹਦੀ ਘਰ ਵਾਲੀ ਭੁੱਖੀ ਹੈ। ਅੱਜ 3 ਦਿਨਾਂ ਬਾਅਦ ਪ੍ਰਸ਼ਾਦਾ ਮਿਲਣਾ ਸੀਗਾ। 3 ਪ੍ਰਸ਼ਾਦੇ ਬਣੇ ਸੀਗੇ, ਜਿਹਦੇ ਵਿੱਚੋਂ 2 ਫਕੀਰ ਖਾ ਗਿਆ ਹੈ। ਪ੍ਰਸ਼ਾਦਾ ਇੱਕ ਰਹਿ ਗਿਆ, ਉਹ ਵੀ ਹੱਥ ਤੇ ਲੈ ਕੇ ਬੈਠਾ ਬਾਬਾ ਸੀਗਾ ਕਿ ਬਾਬਾ ਮੰਗੇ ਮੈਂ ਤੀਜਾ ਵੀ ਦੇ ਦਿਆਂਗਾ ਜੀ। ਪਰ ਖੇਡ ਪ੍ਰਮਾਤਮਾ ਦੀ ਇਹ ਬਣੀ, ਉਸ ਆਏ ਹੋਏ ਫਕੀਰ ਨੇ 2 ਪ੍ਰਸ਼ਾਦੇ ਛਕੇ ਤੇ ਚਲਾ ਗਿਆ। ਹੁਣ ਪ੍ਰਸ਼ਾਦਾ ਇੱਕ ਰਹਿ ਗਿਆ ਜੀ। ਹੁਣ ਇੱਕ ਦੇ ਵਿੱਚੋਂ ਬਾਬਾ ਸੀਗਾ ਕਹਿੰਦਾ ਆਪਣੀ ਪਤਨੀ ਨੂੰ ਤੂੰ ਛਕ ਲੈ, ਤੇ ਪਤਨੀ ਕਹਿੰਦੀ ਹੈ ਨਹੀਂ ਜੀ ਤੁਸੀਂ ਬਾਹਰ ਕੰਮ ਕਰਨਾ, ਤੁਸੀਂ ਛਕ ਲਓ, ਤੁਸੀਂ ਬਾਹਰ ਮਿਹਨਤ ਕਰਨੀ ਹੈ, ਇਹ ਤੁਹਾਨੂੰ ਲੋੜ ਹੈ,
ਤੇ ਬਾਬਾ ਸੀਗਾ ਆਪਣੀ ਪਤਨੀ ਨੂੰ ਕਹਿੰਦਾ, ਨਹੀਂ ਭਗਵਾਨੇ ਤੂੰ ਛਕ ਲੈ, ਤੂੰ ਘਰ ਦਾ ਕੰਮ ਕਰਨਾ, ਬੱਚੇ ਨੂੰ ਦੁੱਧ ਪਿਲਾਉਣਾ, ਤੈਨੂੰ ਜ਼ਿਆਦਾ ਲੋੜ ਹੈ। ਇੱਕ ਦੂਜੇ ਨੂੰ ਪ੍ਰਸ਼ਾਦਾ ਦੇਣ ਦੀ ਕੋਸ਼ਿਸ਼ ਕਰਦੇ ਸਨ। ਦੋਨਾਂ ਨੇ ਧੰਨ ਗੁਰੂ ਨਾਨਕ ਕਹਿ ਕੇ ਅੱਧਾ ਅੱਧਾ ਪ੍ਰਸ਼ਾਦਾ ਛਕ ਲਿਆ ਤੇ ਧੰਨ ਗੁਰੂ ਨਾਨਕ ਦਾ ਸ਼ੁਕਰਾਨਾ ਕੀਤਾ, ਸਤਿਗੁਰ ਜੀ ਤੁਹਾਡੀ ਕਿਰਪਾ ਹੋਈ ਹੈ, ਅੱਜ ਬਖਸ਼ਿਸ਼ ਹੋਈ ਹੈ ਕਿ ਅੱਜ 3 ਦਿਨਾਂ ਬਾਅਦ ਰੱਜਵਾਂ ਪ੍ਰਸ਼ਾਦਾ ਛਕਿਆ ਆ। 3 ਦਿਨ ਦੇ ਭੁੱਖੇ ਅੱਧੀ ਰੋਟੀ ਖਾ ਕੇ ਵੀ ਇਹ ਗੱਲ ਕਹਿ ਰਿਹਾ ਕਿ ਅੱਜ ਰੱਜਵਾਂ ਪ੍ਰਸ਼ਾਦਾ ਛਕਿਆ ਆ। ਬਾਬੇ ਲੈਣੇ ਤੁਰਿਆ ਨਾ ਗਿਆ ਜੀ। ਬਾਬਾ ਲੈਣਾ ਅੰਦਰ ਦੌੜਿਆ ਦੌੜਿਆ ਆਇਆ, ਆ ਕੇ ਬਾਬੇ ਸੀਗੇ ਦੇ ਪੈਰਾਂ 'ਚ ਡਿੱਗਿਆ। ਕਹਿੰਦਾ, ਸੁਣਿਆ ਸੀ ਕਿ ਸੰਤੋਖੀ ਜੀਵਨ ਹੁੰਦਾ ਆ, ਪਰ ਤੇਰਾ ਜੀਵਨ ਦੇਖ ਕੇ ਪਤਾ ਲੱਗ ਗਿਆ ਕਿ ਤੇ ਤੋਂ ਵੱਡਾ ਵੀ ਕੋਈ ਸੰਤੋਖੀ ਨਹੀਂ, ਜਿਹੜਾ ਭੁੱਖਾ ਰਹਿ ਕੇ ਵੀ ਆਪਣੇ ਗੁਰੂ ਦਾ ਸ਼ੁਕਰਾਨਾ ਕਰਦਾ ਆ। ਮੈਨੂੰ ਦੱਸ ਇਹ ਜੀਵਨ ਬਣਾਇਆ ਕਿਹਨੇ, ਕਿੱਥੋਂ ਬਣਿਆ? ਕਹਿੰਦਾ ਇੱਕੋ ਇੱਕ ਬਾਬਾ ਸੀਗਾ। ਕਹਿੰਦਾ ਉਹ ਹੈ ਬਾਬਾ ਨਾਨਕ। ਤੇ ਬਾਬੇ ਲੈਣੇ ਨੇ ਕਿਹਾ, ਮੈਨੂੰ ਲੈ ਕੇ ਚੱਲ ਬਾਬੇ ਨਾਨਕ ਕੋਲ, ਮੈਂ ਵੀ ਐਸਾ ਜੀਵਨ ਬਣਾਉਣਾ ਚਾਹੁੰਦਾ ਆ। ਫਿਰ ਬਾਬਾ ਲੈਣਾ ਤੁਰਦਾ ਜੀ। ਜਿੱਦਣ ਤੁਰਿਆ ਫਿਰ ਬਾਬੇ ਨਾਨਕ ਨੂੰ ਮਿਲਿਆ। ਫਿਰ 1 ਨਹੀਂ, ਫਿਰ 2 ਨਹੀਂ, 7 ਸਾਲ ਰਿਹਾ। ਫਿਰ 7 ਸਾਲ ਬਾਅਦ ਐਸੀ ਖੇਡ ਬਣੀ ਤੇ ਗੁਰੂ ਨਾਨਕ ਤੇ ਬਾਬੇ ਲੈਣੇ 'ਚ ਕੋਈ ਫਰਕ ਨਾ ਰਿਹਾ। ਬਾਬੇ ਲੈਣੇ ਨੂੰ ਆਪਣੇ ਅੰਗ ਨਾਲ ਲਾ ਕੇ ਗੁਰੂ ਅੰਗਦ ਬਣਾ ਕੇ ਆਪਣੀ ਥਾਂ ਦੇ ਉੱਤੇ ਬਿਠਾ ਦਿੱਤਾ ਕਿ ਅੱਜ ਤੋਂ ਬਾਅਦ ਤੂੰ ਮੇਰਾ ਗੁਰੂ ਤੇ ਮੈਂ ਤੇਰਾ ਸਿੱਖ। ਸਤਿਗੁਰ ਕਹਿੰਦੇ, ਜੇ ਗੁਰੂ ਦੀ ਖੁਸ਼ੀ ਲੈਣੀ ਹੈ, ਜਾਏ ਪੁੱਛੋ ਸੁਹਾਗਣੀ ਤੁਸੀਂ ਰਾਵਿਆ ਕਿੰਨੀ ਗੁਣੀ, ਸਹਿਜ ਸੰਤੋਖ ਸ਼ਿੰਗਾਰੀਆਂ ਮਿੱਠਾ ਬੋਲਣੀ, ਫਿਰ ਰਸਾਲੂ ਤਾਂ ਮਿਲੇ ਜਾਂ ਗੁਰ ਕਾ ਸ਼ਬਦ ਸੁਣੀ। ਜਦੋਂ ਗੁਰੂ ਦਾ ਸ਼ਬਦ ਸੁਣਾਂਗੇ, ਸਤਿਗੁਰ ਕਹਿੰਦੇ ਅਕਾਲ ਪੁਰਖ ਵਾਹਿਗੁਰੂ ਪਤੀ ਦੀ ਅਸੀਂ ਖੁਸ਼ੀ ਲੈ ਸਕਦੇ ਹਾਂ। ਸਤਿਗੁਰ ਨੇ ਕਿਰਪਾ ਕੀਤੀ ਜੀ। ਮਾਲਕ ਜੀ ਕਹਿੰਦੇ ਕਿ ਭਾਈ ਕਾਮਣ ਗੁਣਵੰਤੀ ਹਰ ਪਾਏ, ਭੈ ਪਾਏ ਸ਼ਿੰਗਾਰ ਬਣਾਏ। ਪਰਮਾਤਮਾ ਦੇ ਪਿਆਰ ਦਾ, ਪਰਮਾਤਮਾ ਦੇ ਡਰ ਦਾ ਸ਼ਿੰਗਾਰ ਬਣਾ ਲਿਆ ਜੀ। ਗੁਰੂ ਤੋਂ ਡਰਨਾ ਵੀ ਹੈ ਤੇ ਗੁਰੂ ਨਾਲ ਪਿਆਰ ਵੀ ਕਰਨਾ, ਇਹ ਸ਼ਿੰਗਾਰ ਹੈ ਸਾਡੇ। ਗੁਰੂ ਦਾ ਅਦਬ ਕਰਨਾ ਹੈ, ਇਹ ਸ਼ਿੰਗਾਰ ਹੈ ਜੀ ਸਾਡਾ। ਸਤਿਗੁਰ ਸੇਵ ਸਦਾ ਸੁਹਾਗਣ, ਸੱਚ ਉਪਦੇਸ਼ ਸਮਾਵਣਿਆ। ਕਹਿੰਦੇ ਭਾਈ ਗੁਰੂ ਦਾ ਉਪਦੇਸ਼ ਆਪਣੇ ਜੀਵਨ ਵਿੱਚ ਸਮਾ ਲੈਣਾ, ਵਸਾ ਲੈਣਾ। ਜੋ ਗੁਰੂ ਕਹਿ ਰਿਹਾ ਆ ਸਿੱਖ ਨੇ ਉਹ ਕਰਨਾ ਆ। ਮਾਲਕ ਜੀ ਕਹਿੰਦੇ ਇਹ ਉਪਦੇਸ਼ ਆਪਣੇ ਜੀਵਨ ਵਿੱਚ ਸਮਾਉਣਾ ਹੀ ਸੁਹਾਗਣ ਦਾ ਇੱਕ ਕਰਮ ਹੈ। ਸ਼ਬਦ ਵਿਸਾਰਨ ਤੇ ਨਾ ਠੌਰ ਨਾ ਠਾਓ। ਕਹਿੰਦੇ ਜਿਨ੍ਹਾਂ ਨੇ ਸ਼ਬਦ ਨੂੰ ਵਿਸਾਰ ਦਿੱਤਾ, ਜੋ ਸ਼ਬਦ ਨੂੰ ਭੁੱਲ ਗਏ, ਗੁਰਬਾਣੀ ਨੂੰ ਭੁੱਲ ਗਏ, ਨਾ ਉਹਨਾਂ ਦਾ ਇੱਥੇ ਟਿਕਾਣਾ ਤੇ ਨਾ ਉਹਨਾਂ ਦਾ ਉੱਥੇ ਟਿਕਾਣਾ। ਅਸੀਂ ਤਾਂ ਗੁਰੂ ਦੇ ਅੱਗੇ ਇਹ ਅਰਦਾਸ ਕਰੀਏ ਕਿ ਮਾਲਕ ਜੀ ਬੜੀਆਂ ਥਾਵਾਂ ਤੇ ਗਿਆ ਤੈਨੂੰ ਛੱਡ ਕੇ, ਪਰ ਕਿਸੇ ਨੇ ਸਤਿਗੁਰ ਮੇਰੀ ਲਾਜ ਨਹੀਂ ਰੱਖੀ, ਮੇਰੀ ਬਾਂਹ ਨਹੀਂ ਫੜੀ। ਹੁਣ ਮਾਲਕ ਜੀ ਮੈਂ ਆਇਆ ਹਾਂ, ਸਗਲ ਦੁਆਰ ਕੋ ਛੱਡ ਕੇ ਗਇਓ ਤੁਹਾਰੋ ਦੁਆਰ, ਬਾਹਾਂ ਗਏ ਕਿ ਲਾਜ ਅਸ ਗੋਬਿੰਦ ਦਾਸ ਤੁਹਾਰ। ਮਾਲਕ ਜੀ ਕਿਰਪਾ ਕਰਕੇ ਆਏ ਹੋਏ ਬੱਚੇ ਦੀ ਲਾਜ ਰੱਖ ਲੈ, ਇੱਜ਼ਤ ਰੱਖ ਲੈ, ਆਪਣੇ ਸ਼ਰਨ 'ਚ ਰੱਖ ਲੈ। ਸਤਿਗੁਰ ਆਪਣੇ ਚਰਨਾਂ ਨਾਲ ਜੋੜ ਲੈ। ਮਾਲਕ ਜੀ ਕਹਿੰਦੇ ਗੁਰੂ ਤੋਂ ਟੁੱਟੇ ਹੋਏ, ਸ਼ਬਦ ਤੋਂ ਟੁੱਟੇ ਹੋਏ ਬੰਦੇ ਦਾ ਕਿਤੇ ਵੀ ਟਿਕਾਣਾ ਨਹੀਂ ਹੈ, ਕਿਤੇ ਵੀ ਉਹਨੂੰ ਸੁੱਖ ਨਹੀਂ ਮਿਲ ਸਕਦਾ, ਕਿਤੇ ਵੀ ਉਹਨੂੰ ਆਰਾਮ ਨਹੀਂ ਮਿਲ ਸਕਦਾ। ਸ਼ਬਦ ਵਿਸਾਰਨ ਤੇ ਨਾ ਠੌਰ ਨਾ ਠਾਓ, ਭਰਮ ਭੁੱਲੇ ਜੋ ਸੁਣੇ ਕਰ ਕਾਓ। ਕਹਿੰਦੇ ਜਿਵੇਂ ਭਾਈ ਕੋਈ ਘਰ ਹੋਵੇ ਖਾਲੀ, ਉੱਥੇ ਕਾਂ ਬੋਲਣ ਲੱਗ ਜਾਂਦੇ ਆ ਨਾ ਜੀ, ਇਸੇ ਤਰ੍ਹਾਂ ਮਾਲਕ ਜੀ ਕਹਿੰਦੇ ਬੰਦੇ ਦਾ ਜੀਵਨ ਇਹ ਹੈ, ਜਿੱਥੇ ਗੁਰੂ ਦਾ ਸ਼ਬਦ ਨਹੀਂ ਹੋਏਗਾ ਨਾ ਜੀ, ਯਾਦ ਰੱਖਿਓ ਸੰਗਤ ਜੀ, ਉੱਥੇ ਵਿਕਾਰਾਂ ਦੇ ਕਾਂ ਬੋਲਣ ਲੱਗ ਜਾਣਗੇ। ਗੈਰ ਹਾਜ਼ਰੀ ਹੈ ਨਾ। ਤੁਸੀਂ ਦੇਖੋ ਨਾ, ਘਰ ਦੇ ਵਿੱਚ ਤੁਸੀਂ ਛੋਟੇ ਬੱਚਿਆਂ ਨੂੰ ਛੱਡ ਕੇ ਚਲੇ ਜਾਓ, ਮਾਂ ਬਾਪ ਪਤਾ ਬਾਹਰ ਨੇ, ਬੱਚੇ ਘਰ ਦੇ ਵਿੱਚ ਖਲਾਰਾ ਪਾ ਦੇਣਗੇ, ਚਾਦਰ ਸੁੱਟ ਦੇਣਗੇ, ਸਰਾਣਾ ਸੁੱਟ ਦੇਣਗੇ, ਇੱਧਰ ਉੱਧਰ ਭਾਂਡੇ ਖਿਲਾਰ ਦੇਣਗੇ। ਪਰ ਜਦੋਂ ਬੱਚਿਆਂ ਨੂੰ ਪਤਾ ਹੋਵੇ ਕਿ ਹੁਣ ਮਾਂ ਬਾਪ ਦੇ ਆਉਣ ਦਾ ਟਾਈਮ ਹੋ ਗਿਆ, ਉਹ ਕੋਸ਼ਿਸ਼ ਕਰਦੇ ਆ ਕਿ ਮਾਂ ਬਾਪ ਨੂੰ ਪਤਾ ਨਾ ਲੱਗੇ ਕਿਸੇ ਸ਼ਰਾਰਤਾਂ ਕੀਤੀਆਂ। ਫਿਰ ਉਹ ਜਿਵੇਂ ਜਿਵੇਂ ਕੋਸ਼ਿਸ਼ ਕਰਦੇ ਆ ਚਾਦਰ ਨੂੰ ਸਵਾਰਨ ਦੀ, ਹੋਰ ਜਿਹੜਾ ਸਮਾਨ ਖਿਲਾਰਿਆ ਉਹਨੂੰ ਠੀਕ ਕਰਨ ਦੀ ਕੋਸ਼ਿਸ਼ ਕਰਦੇ ਆ। ਪਰ ਜਦੋਂ ਮਾਂ ਬਾਪ ਉਹਦੇ ਤੇ ਪਤਾ ਲੱਗ ਜਾਂਦਾ ਕਿ ਤੁਸੀਂ ਸ਼ਰਾਰਤਾਂ ਕੀਤੀਆਂ। ਇਸੇ ਤਰ੍ਹਾਂ ਸਾਡਾ ਮਨ ਬੜਾ ਚਲਾਕ ਹੈ ਜੀ। ਜਦੋਂ ਮਨ ਨੂੰ ਪਤਾ ਨਾ ਕਿ ਅੰਦਰ ਗੁਰੂ ਦੀ ਗੈਰ ਹਾਜ਼ਰੀ ਹੈ ਤੇ ਇਹ ਬਹੁਤ ਖਿਲਾਰੇ ਪਾਉਂਦਾ ਜੀ। ਕਾਮ ਕ੍ਰੋਧ ਲੋਭ ਮੋਹ ਹੰਕਾਰ ਨੂੰ ਆਪਣੇ ਮਿੱਤਰਾਂ ਨੂੰ ਸੱਦ ਕੇ ਨਾ ਜੀ ਫਿਰ ਬਹੁਤ ਖਿਲਾਰਾ ਪਾਉਂਦਾ ਆ। ਪਰ ਜਦੋਂ ਇਹਨੂੰ ਪਤਾ ਲੱਗ ਜਾਵੇ ਨਾ ਜੀ ਕਿ ਅੰਦਰ ਗੁਰੂ ਦਾ ਵਾਸਾ ਆ, ਫਿਰ ਆਪਣੇ ਨਾਲ ਦੇ ਵਿਕਾਰਾਂ ਨੂੰ ਕਹਿੰਦਾ ਨਸ ਵੰਜੋ
ਕਿ ਵੇਖੋ ਕਰਤਾ ਘਰ ਆਇਆ, ਚਲੇ ਜਾਓ ਇੱਥੋਂ ਭਾਈ। ਹੁਣ ਜੋ ਇਸ ਮਕਾਨ ਦਾ ਮਾਲਕ ਹੈ ਉਹ ਆ ਗਿਆ ਆ। ਜਦੋਂ ਮਕਾਨ ਦਾ ਮਾਲਕ ਘਰੇ ਆਏਗਾ ਤੇ ਯਾਦ ਰੱਖਿਓ ਤੇ ਕਾਮ ਕ੍ਰੋਧ ਲੋਭ ਮੋਹ ਹੰਕਾਰ ਕਦੇ ਵੀ ਖਲਾਰਾ ਨਹੀਂ ਪਾਉਣਗੇ। ਸਤਿਗੁਰ ਕਹਿੰਦੇ ਸ਼ਬਦ ਤੋਂ ਟੁੱਟਿਆ ਬੰਦਾ ਉਹਨੂੰ ਕੋਈ ਥਾਂ ਟਿਕਾਣਾ ਨਹੀਂ ਹੈ। ਤੇ ਜਿਹੜਾ ਬੰਦਾ ਟੁੱਟ ਗਿਆ ਉਹ ਭਰਮ ਭੁਲੇਖੇ ਵਿੱਚ ਇਦਾਂ ਵਿਚਰ ਰਿਹਾ ਆ ਜਿਵੇਂ ਖਾਲੀ ਮਕਾਨਾਂ ਵਿੱਚ ਕਾਂ ਬੋਲਦੇ ਆ। ਤੇ ਸਾਡਾ ਸ਼ਬਦ ਤੋਂ ਬਗੈਰ ਜੀਵਨ ਇਦਾਂ ਦਾ ਆ ਜਿਵੇਂ ਕਿ ਭਾਈ ਕਾਂ ਬੋਲਦੇ ਆ, ਸਾਡੇ ਅੰਦਰ ਵੀ ਵਿਕਾਰਾਂ ਦੇ ਕਾਂ ਬੋਲਦੇ ਆ। ਹਲਤ ਪਲਤ ਤਿੰਨੀ ਦੋਵੇਂ ਗਵਾਏ, ਦੁੱਖੇ ਦੁੱਖ ਵਿਹਾਵਣੇ ਆ। ਕਹਿੰਦੇ ਉਹਨਾਂ ਨੇ ਲੋਕ ਤੇ ਪਰਲੋਕ ਆਪਣਾ ਦੋਨੇ ਖਵਾਰ ਕਰ ਲਿਆ ਜੀ। ਤੇ ਜੀਵਨ ਵਿੱਚ ਦੁੱਖ ਹੀ ਦੁੱਖ ਭੋਗਦੇ ਆ ਜਿਹੜੇ ਅਕਾਲ ਪੁਰਖ ਵਾਹਿਗੁਰੂ ਤੋਂ ਟੁੱਟੇ ਹੋਏ ਆ। ਸਤਿਗੁਰ ਕਹਿੰਦੇ ਲਿਖਦੇ ਆ ਕਾਗਤ ਮਸ ਖੋਈ। ਮਾਲਕ ਜੀ ਕਹਿੰਦੇ ਕਿ ਭਾਈ ਲਿਖਦੇ ਆ ਕਾਗਜ਼ ਖਤਮ ਹੋ ਗਿਆ, ਛਾਈ ਖਤਮ ਹੋ ਗਈ ਹੈ। ਦੂਜੇ ਭਾਏ ਸੁਖ ਪਾਏ ਨਾ ਕੋਈ, ਪਰਮਾਤਮਾ ਨੂੰ ਛੱਡ ਕੇ ਦੂਜੀ ਥਾਂ ਤੇ ਕੋਈ ਸੁੱਖ ਨਹੀਂ ਪਾ ਸਕਦਾ। ਇਹ ਭੁਲੇਖਾ ਜੀ ਬਹੁਤ ਵੱਡਾ ਕਿ ਗੁਰੂ ਗ੍ਰੰਥ ਸਾਹਿਬ ਮਾਲਕ ਨੂੰ ਛੱਡ ਕੇ ਸਾਨੂੰ ਕਿਤੇ ਦੂਜੀ ਥਾਂ ਤੋਂ ਸੁੱਖ ਮਿਲ ਜਾਏਗਾ ਜੀ, ਆਨੰਦ ਮਿਲ ਜਾਏਗਾ। ਨਹੀਂ ਹੋ ਸਕਦਾ। ਜੋ ਕੁਛ ਮਿਲਣਾ ਸਾਨੂੰ ਗੁਰੂ ਗ੍ਰੰਥ ਸਾਹਿਬ ਮਾਲਕ ਤੋਂ ਮਿਲਣਾ ਆ। ਜੇ ਕੋਈ ਬੰਦਾ ਗੁਰੂ ਗ੍ਰੰਥ ਸਾਹਿਬ ਮਾਲਕ ਤੋਂ ਟੁੱਟ ਕੇ ਕਿਤੇ ਹੋਰ ਥਾਂ ਤੇ ਆਸ ਰੱਖਦਾ ਆ, ਉਹਦੀ ਝੋਲੀ 'ਚ ਦੁੱਖ ਤਾਂ ਜ਼ਰੂਰ ਪੈਣਗੇ ਪਰ ਸੁੱਖ ਨਹੀਂ ਕਦੇ ਉਹਨੂੰ ਮਿਲ ਸਕਦੇ। ਗੁਰੂ ਤੋਂ ਇਲਾਵਾ ਕੋਈ ਦੂਜੀ ਥਾਂ ਨਹੀਂ ਹੈ ਜੋ ਸਾਨੂੰ ਸੁੱਖ ਦੇ ਸਕੇ, ਆਨੰਦ ਦੇ ਸਕੇ। ਇਸ ਕਰਕੇ ਸੰਗਤ ਜੀ ਕਦੇ ਵੀ ਗੁਰੂ ਦਾ ਲੜ ਛੱਡ ਕੇ ਕਿਸੇ ਹੋਰ ਥਾਂ ਦੇ ਉੱਤੇ ਭਰੋਸਾ ਨਾ ਰੱਖਿਓ, ਕਿਉਂਕਿ ਹੋਰ ਥਾਵਾਂ ਤੋਂ ਧੱਕੇ ਮਿਲਣਗੇ ਪਰ ਗੁਰੂ ਗ੍ਰੰਥ ਸਾਹਿਬ ਮਾਲਕ ਸਾਡਾ ਲੋਕ ਤੇ ਪਰਲੋਕ ਸੁਹੇਲਾ ਕਰਨਗੇ। ਸਤਿਗੁਰ ਜੀ ਕਹਿੰਦੇ ਕਿ ਭਾਈ ਦੂਜੇ ਭਾਏ ਸੁਖ ਪਾਏ ਨਾ ਕੋਈ, ਕੂੜ ਲਿਖੈ ਤੈ ਕੂੜ ਕਮਾਵੇ, ਜਲ ਜਾਵੇ ਕੂੜ ਚਿਤ ਲਾਵੜਿਆ। ਕਹਿੰਦੇ ਝੂਠਾ ਲਿਖਿਆ ਜਾਂਦਾ, ਝੂਠਾ ਲਿਖ ਰਿਹਾ ਆ ਤੇ ਝੂਠ ਨਾਲ ਜੁੜਿਆ ਹੋਇਆ ਬੰਦਾ ਜਲ ਜਾਂਦਾ ਆ, ਮਿਟ ਜਾਂਦਾ, ਸਵਾਹ ਹੋ ਜਾਂਦਾ, ਖਤਮ ਹੋ ਜਾਂਦਾ ਆ। ਸਤਿਗੁਰ ਕਹਿੰਦੇ ਝੂਠ ਨਾਲ ਬੰਦਾ ਜੁੜੇਗਾ ਤੇ ਝੂਠਾ ਬਣੇਗਾ ਜੀ, ਤੇ ਸੱਚੇ ਨਾਲ ਜੁੜੇਗਾ ਤੇ ਬੰਦਾ ਸੱਚਾ ਬਣੇਗਾ। ਸਤਿਗੁਰ ਕਹਿੰਦੇ ਗੁਰਮੁਖ ਸੱਚੋ ਸੱਚ ਲਿਖੇ ਵਿਚਾਰ। ਤੇ ਗੁਰਮੁਖ ਬੰਦਾ ਸੱਚ ਦੀ ਵਿਚਾਰ ਲਿਖਦਾ ਜੀ ਆਪਣੇ ਜੀਵਨ 'ਚ, ਸੱਚ ਨਾਲ ਜੁੜ ਕੇ ਸੱਚ ਦੀ ਵਿਚਾਰ ਲਿਖਦਾ ਆ। ਸੇ ਜਨ ਸੱਚੇ ਪਾਵੇਂ ਮੋਖ ਦੁਆਰ। ਤੇ ਸੱਚੇ ਨਾਲ ਜੁੜ ਕੇ ਅਕਾਲ ਪੁਰਖ ਵਾਹਿਗੁਰੂ ਨਾਲ ਜੁੜ ਕੇ ਮੁਕਤੀ ਦਾ ਦਰਵਾਜ਼ਾ ਹਾਸਲ ਕਰ ਲੈਂਦਾ ਆ। ਸੱਚ ਕਾਗਦ ਕਲਮ ਮਸ ਬਾਣੀ, ਸੱਚ ਲਿਖ ਸੱਚ ਸਮਾਵਣਿਆ। ਕਹਿੰਦੇ ਕਾਗਜ਼ ਵੀ ਸੱਚ ਹੈ, ਫਿਰ ਛਾਈ ਵੀ ਸੱਚ ਹੈ, ਤੇ ਕਹਿੰਦੇ ਭਾਈ ਕਲਮ ਵੀ ਸੱਚ ਹੈ, ਦਵਾਤ ਵੀ ਸੱਚ ਹੈ। ਜਦੋਂ ਅਸੀਂ ਸੱਚ ਦੀ ਉਸਤਤ ਲਿਖਦੇ ਹਾਂ, ਸੱਚੇ ਦੀ ਉਸਤਤ ਕਰਨੀ, ਸਾਰਾ ਕੁਝ ਸੱਚਾ ਆ। ਮੇਰਾ ਪ੍ਰਭ ਅੰਦਰ ਬੈਠਾ ਵੇਖੈ, ਗੁਰ ਪ੍ਰਸਾਦੀ ਮਿਲੈ ਸੋਈ ਜਨ ਲੇਖੈ। ਅਕਾਲ ਪੁਰਖ ਵਾਹਿਗੁਰੂ ਸਾਡੇ ਅੰਦਰ ਬੈਠਾ ਸਭ ਕੁਝ ਦੇਖਦਾ ਆ। ਤੇ ਮੈਂ ਕਈ ਵਾਰੀ ਬੇਨਤੀ ਕਰਦਾ ਹੁੰਦਾ ਜੀ, ਤੁਸੀਂ ਬਾਹਰ ਕਿਸੇ ਸ਼ੌਪ ਤੇ ਜਾਂਦੇ ਹੋ, ਉੱਥੇ ਲਿਖਿਆ ਹੁੰਦਾ ਨਾ ਤੁਸੀਂ CCTV ਕੈਮਰੇ ਦੀ ਨਿਗਰਾਨੀ 'ਚੋਂ, ਫਿਰ ਚੋਰੀ ਕਰਨ ਵਾਲਾ ਬੰਦਾ ਚੋਰੀ ਨਹੀਂ ਕਰਦਾ। ਪਤਾ ਕਿਉਂ? ਉਹਨੂੰ ਪਤਾ ਬਈ ਮੈਨੂੰ ਕੈਮਰਾ ਦੇਖ ਰਿਹਾ ਹੈ, ਮੇਰੀ ਕਰਤੂਤ ਕੈਮਰੇ 'ਚ ਕੈਦ ਹੋ ਜਾਣੀ। ਮੈਂ ਸੋਚਦਾ ਹੁੰਦਾ ਬੰਦੇ ਨੂੰ ਬਾਹਰਲੇ ਕੈਮਰਿਆਂ ਦਾ ਕਿੰਨਾ ਡਰ ਹੈ ਜੀ। ਮਾੜੇ ਬੰਦੇ ਨੇ ਮਾੜਾ ਕੰਮ ਕਰਨਾ ਛੱਡ ਦਿੱਤਾ, ਪਰ ਅਸੀਂ ਇਹ ਕਿਉਂ ਨਹੀਂ ਸੋਚਦੇ ਕਿ ਰੱਬ ਦਾ ਕੈਮਰਾ ਤਾਂ ਸਾਰੀ ਥਾਂ ਤੇ ਲੱਗਿਆ ਹੋਇਆ। ਹੱਟ ਪੱਟਣ ਵਿੱਚ ਮੰਦਰ ਭੰਨੇ, ਕਰ ਚੋਰੀ ਕਰ ਆਵੈ, ਅੱਗੋਂ ਦੇਖੈ ਪਿੱਛੋਂ ਦੇਖੈ, ਤੁਝ ਤੇ ਕਾਹ ਛਪਾਵੇ। ਰੱਬ ਦਾ ਕੈਮਰਾ ਤਾਂ ਸਾਡੇ ਕਮਰੇ ਵਿੱਚ ਵੀ ਹੈ, ਟਾਕੀਆਂ ਬੰਦ ਕਰ ਲਓ, ਦਰਵਾਜ਼ੇ ਬੰਦ ਕਰ ਲਓ, ਕਹੋ ਜੀ ਮੈਨੂੰ ਕੋਈ ਦੇਖਦਾ ਨਹੀਂ ਹੈ, ਪਰ ਰੱਬ ਦਾ ਕੈਮਰਾ ਤਾਂ ਉੱਥੇ ਵੀ ਦੇਖਦਾ ਪਿਆ ਆ। ਅਸੀਂ ਦੁਨਿਆਵੀ ਕੈਮਰਿਆਂ ਦੇ ਵਿੱਚੋਂ ਤਾਂ ਬਚ ਵੀ ਸਕਦੇ ਆ, ਪਰ ਮਾਫ ਕਰੋ ਰੱਬ ਦੇ ਲਾਏ ਹੋਏ ਕੈਮਰਿਆਂ ਵਿੱਚੋਂ ਅਸੀਂ ਕਦੇ ਵੀ ਨਹੀਂ ਬਚ ਸਕਦੇ। ਜੇ ਬਾਹਰਲੇ ਕੈਮਰਿਆਂ ਦੇ ਵਿੱਚ ਸਾਡੀ ਕਰਤੂਤਾਂ ਕੈਦ ਹੁੰਦੀਆਂ, ਸਾਨੂੰ ਸਜ਼ਾ ਮਿਲਦੀ ਹੈ, ਰੱਬ ਦੇ ਲਾਏ ਹੋਏ ਕੈਮਰਿਆਂ ਵਿੱਚ ਵੀ ਸਾਡੀ ਹਰਕਤਾਂ ਗੁਰੂ ਮਾਲਕ ਜੀ ਕੈਦ ਕਰਕੇ ਫਿਰ ਉਹਨਾਂ ਕੀਤੀਆਂ ਹੋਈਆਂ ਹਰਕਤਾਂ ਦੇ ਨਾਲ ਸਾਨੂੰ ਪਰਮਾਤਮਾ ਦੇ ਘਰ ਵਿੱਚ ਸਜ਼ਾ ਵੀ ਮਿਲਣੀ ਹੈ ਤੇ ਸ਼ਾਬਾਸ਼ ਵੀ ਮਿਲਣੀ ਹੈ। ਜੇ ਦੁਨਿਆਵੀ ਕੈਮਰਿਆਂ ਦਾ ਡਰ ਹੈ ਨਾ ਜੀ ਕਿ ਭਾਈ ਸਾਡੀ ਫੋਟੋ ਇਹਦੇ ਵਿੱਚ ਨਾ ਆ ਜਾਵੇ ਗਲਤ ਕੰਮ ਕਰਦਿਆਂ ਦੀ, ਰੱਬ ਦੇ ਵੀ ਕੈਮਰਿਆਂ ਤੇ ਡਰਿਓ ਕਿ ਸਾਡੀ ਫੋਟੋ ਇਹਦੇ ਵਿੱਚ ਵੀ ਨਾ ਆ ਜਾਵੇ। ਦੁਨਿਆਵੀ ਕੈਮਰਿਆਂ ਵਿੱਚ ਆਈ ਹੋਈ ਫੋਟੋ ਕੋਲੋਂ ਸ਼ਾਇਦ ਅਸੀਂ ਬਚ ਵੀ ਸਕੀਏ, ਕੋਈ ਬਖਸ਼ ਦੇਵੇ, ਚੱਲ ਕੋਈ ਗੱਲ ਨਹੀਂ, ਪਰ ਰੱਬ ਨੇ ਤਾਂ ਕਹਿਣਾ ਪੁੱਤਰ ਜੀ ਮੈਂ ਕੱਲੇ ਕੱਲੇ ਕਰਮ ਦਾ ਹਿਸਾਬ ਕੀਤਾ ਹੋਇਆ,
ਜਾਤ ਜਨਮ ਨੈ ਪੁੱਛੀਐ, ਸੱਚ ਕਰ ਲਿਹੋ ਬਤਾਏ, ਸਾ ਜਾਤ ਸਾ ਪਤ ਹੈ, ਜਿਹੇ ਕਰਮ ਕਮਾਏ। ਕੱਲੇ ਕੱਲੇ ਕਰਮਾਂ ਦਾ ਪ੍ਰਮਾਤਮਾ ਨੇ ਹਿਸਾਬ ਕਿਤਾਬ ਲੈਣਾ ਆ। ਸੋ ਡਰੀਏ ਪ੍ਰਮਾਤਮਾ ਕੋਲੋਂ। ਸਤਿਗੁਰ ਕਹਿੰਦੇ ਜੀ ਮੇਰਾ ਪ੍ਰਭ, ਮੇਰਾ ਵਾਹਿਗੁਰੂ ਅੰਦਰ ਬੈਠਾ ਵੇਖੇ, ਸਾਡੇ ਅੰਦਰ ਬੈਠਾ ਸਭ ਕੁਝ ਦੇਖ ਰਿਹਾ ਜੀ। ਉਹ ਗੁਰ ਪ੍ਰਸਾਦੀ ਮਿਲੈ ਸੋਈ ਜਨ ਲੇਖੇ। ਗੁਰੂ ਦੀ ਕਿਰਪਾ ਦੇ ਨਾਲ ਪ੍ਰਮਾਤਮਾ ਅਕਾਲ ਪੁਰਖ ਵਾਹਿਗੁਰੂ ਮਿਲਦਾ ਆ। ਨਾਨਕ ਨਾਮ ਮਿਲੇ ਵਡਿਆਈ, ਪੂਰੇ ਗੁਰ ਤੇ ਪਾਵਣੇ ਆ। ਅਕਾਲ ਪੁਰਖ ਵਾਹਿਗੁਰੂ ਦੀ ਕਿਰਪਾ ਦੇ ਨਾਲ ਹੀ ਪ੍ਰਮਾਤਮਾ ਦੇ ਘਰ ਦੀ ਵਡਿਆਈ ਸਤਿਗੁਰ ਜੀ ਮਿਲਦੀ ਹੈ। ਇਹ ਗੁਰੂ ਮਾਲਕ ਦੀ ਕਿਰਪਾ ਦੇ ਨਾਲ ਹੀ, ਸਤਿਗੁਰ ਦੀ ਮਿਹਰਮਤ ਦੇ ਨਾਲ ਹੀ ਅਸੀਂ ਗੁਰੂ ਦੇ ਨਾਲ ਜੁੜਨਾ ਆ। ਸੋ ਗੱਲ ਆਪਾਂ ਨੇ ਕਾਮਣ ਦੀ ਕੀਤੀ, ਸੁਹਾਗਣ ਦੀ ਕੀਤੀ, ਸ਼ਿੰਗਾਰ ਦੀ ਕੀਤੀ ਹੈ ਜੀ। ਭਾਈ ਸੀਗੇ ਵਰਗਾ ਆਪਣਾ ਜੀਵਨ ਬਣਾਈਏ। ਜੇ ਗੁਰੂ ਨਾਨਕ ਦੀ ਖੁਸ਼ੀ ਲੈਣਾ ਚਾਹੁੰਦੇ ਹੋ ਸੰਗਤ ਜੀ, ਬੇਨਤੀ ਹੈ ਆਪ ਜੋ ਬੈਠੇ ਹੋ, ਸੋ ਜੋ ਲਾਈਵ ਵੀ ਸਰਵਣ ਕਰ ਰਹੇ ਹੋ ਜੀ, ਆਪ ਨੂੰ ਪਤਾ ਕਿ ਹਰ ਸ਼ੁੱਕਰਵਾਰ ਜੋ ਹਫਤਾਵਾਰੀ ਦੀਵਾਨ ਆਪਾਂ ਸਜਾਉਂਦੇ ਹਾਂ ਜੀ, ਕਿਸੇ ਨਾ ਕਿਸੇ ਦਿਹਾੜੇ ਨੂੰ ਮੁੱਖ ਰੱਖ ਕੇ, ਜਿਹੜਾ ਇਸ ਵਾਰ ਅੱਜ ਦਾ ਸ਼ੁੱਕਰਵਾਰ ਹੈ ਜੀ, ਗੁਰੂ ਨਾਨਕ ਦੇਵ ਪਾਤਸ਼ਾਹ ਜੀ ਦੇ ਜੋਤੀ ਜੋਤ ਨੂੰ ਸਮਰਪਿਤ ਹੈ ਜੀ। ਕਿਵੇਂ ਉਹ ਦੀਨ ਦੁਨੀਆ ਦੇ ਮਾਲਕ, ਜਿਹਦੇ ਬਾਰੇ ਭਾਈ ਗੁਰਦਾਸ ਨੇ ਲਿਖਿਆ ਕਿ ਜਾਹਰ ਪੀਰ ਜਗਤ ਗੁਰ ਬਾਬਾ, 70 ਸਾਲ ਦੀ ਉਮਰ ਜੀ ਕੇ ਬਾਬੇ ਨਾਨਕ ਨੇ ਕਿਵੇਂ ਆਪਣਾ ਅਖੀਰ ਦਾ ਸਮੇਂ ਸਰੀਰ ਤਿਆਗਿਆ ਜੀ। ਤੇ ਸਰੀਰ ਤਿਆਗਣ ਵੇਲੇ ਕਿਹੜੇ ਕਿਹੜੇ ਬਾਪੂ ਨੇ ਉਪਦੇਸ਼ ਦਿੱਤੇ ਜੀ, ਉਹ ਸਮੇਂ ਕੀ ਬਾਪੂ ਦੁਨੀਆ ਨੂੰ ਦੇ ਗਿਆ ਜੀ। ਸੋ ਬੇਨਤੀ ਹੈ ਜੀ, ਮੈਂ ਸਵੇਰੇ ਵੀ ਬੇਨਤੀ ਕੀਤੀ, ਫਿਰ ਬੇਨਤੀ ਕਰ ਦਿੰਦਾ ਆ ਕਿ ਠੀਕ ਹੈ ਅਸੀਂ ਘਰਾਂ 'ਚ ਬੈਠ ਕੇ ਵੀ ਸੁਣਦੇ ਹਾਂ, ਪਰ ਗੁਰੂ ਦੀ ਹਜ਼ੂਰੀ 'ਚ ਬੈਠ ਕੇ ਆਨੰਦ ਵੱਖਰਾ ਹੈ। ਇੱਕ ਸਾਹਮਣੇ ਬਾਪੂ ਨਾਲ ਗੱਲਾਂ ਹੋ ਜਾਣ, ਧੀ ਪੁੱਤ ਬਾਹਰ ਵਿਦੇਸ਼ ਬੈਠਾ ਹੋਵੇ ਜੀ, ਇੱਕ ਫੋਨ ਤੇ ਗੱਲ ਕਰਨੀ ਉਹਦੇ ਨਾਲ, ਇੱਕ ਸਾਹਮਣੇ ਬਿਠਾ ਕੇ ਧੀ ਨਾਲ ਗੱਲ ਕਰਨੀ, ਕਿੰਨਾ ਫਰਕ ਹੈ ਜੀ। ਪਿਓ ਵਿਦੇਸ਼ ਬੈਠਾ ਹੋਵੇ ਤੇ ਪੁੱਤ ਫੋਨ ਤੇ ਗੱਲਾਂ ਕਰਦਾ, ਇੱਕ ਸਾਹਮਣੇ ਬੈਠ ਕੇ ਗੱਲਾਂ ਕਰਨੀ, ਉਹਦਾ ਆਨੰਦ ਵੱਖਰਾ। ਇਹ ਤੁਸੀਂ ਜੇ ਆਪਾਂ ਲਾਈਵ ਸੁਣਦੇ ਆ ਸਮਝ ਲਓ ਫੋਨ ਤੇ ਗੱਲਾਂ ਹੋ ਰਹੀਆਂ, ਔਰ ਸਾਡਾ ਤਾਂ ਟਾਈਮ ਬਿਲਕੁਲ ਨੇੜੇ ਆ, 2 ਕਦਮ ਪੁੱਟੀਏ ਤੇ ਬਾਪੂ ਨਾਲ ਗੱਲਾਂ ਕਰੀਏ ਜੀ, ਸੰਗਤ 'ਚ ਬੈਠੀਏ, ਆਨੰਦ ਮਾਣੀਏ, ਸਾਹਮਣੇ ਬਾਪੂ ਹੈ ਤੇ ਬਾਪੂ ਨਾਲ ਸਿੱਧੀਆਂ ਗੱਲਾਂ ਕਰੀਏ। ਸੋ ਬੇਨਤੀ ਹੈ ਜੀ ਵੱਧ ਤੋਂ ਵੱਧ ਸੰਗਤ ਨੇ ਪਹੁੰਚਣਾ ਜੀ। ਸੋ ਇਹ ਬੇਨਤੀ ਹੈ ਜੀ, ਗੁਰੂ ਨਾਨਕ ਦੇਵ ਪਾਤਸ਼ਾਹ ਜੀ ਦੇ ਅੱਜ ਜੋਤੀ ਜੋਤ ਪੁਰਬ ਨੂੰ ਆਪਾਂ ਨੇ ਮਨਾਉਂਦੇ ਹੋਏ ਸ਼ੁੱਕਰਵਾਰ ਦੇ ਵਿਸ਼ੇਸ਼ ਦੀਵਾਨ ਹੈ ਜੀ। ਸੋ ਆਪ ਸੰਗਤ ਦੇ ਚਰਨਾਂ 'ਚ ਬੇਨਤੀ ਹੈ, ਜੋ ਲਾਈਵ ਸੁਣ ਰਹੇ ਆ, ਜੋ ਆਪ ਵੀ ਜੋ ਬੈਠੇ ਹੋ ਸੰਗਤ ਜੀ, ਆਪ ਜੀ ਨੇ ਵੀ ਪਹੁੰਚਣਾ ਆ ਤੇ ਪਹੁੰਚ ਕੇ ਗੁਰੂ ਨਾਨਕ ਬਾਬੇ ਦੀਆਂ ਖੁਸ਼ੀਆਂ ਪ੍ਰਾਪਤ ਕਰਨੀਆਂ। ਦਾਤਾ ਸਤਿਗੁਰ ਕਿਰਪਾ ਕਰੇ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।